ਬਹੁਤ ਉਮੀਦ ਨਾਲ ਕਾਂਗਰਸ ਨੂੰ ਯਾਨੀ ਫੁੱਲ ਮੈਜੋਰਟੀ ਦੋ ਤਿਹਾਈ ਜਿਹੜੀ ਮੈਜੋਰਟੀ ਲੈ ਕੇ ਦਿੱਤੀ ਸੀ ਪੰਜਾਬ ਦੀ ਡਿਵੈਲਪਮੈਂਟ ਕਰਨਗੇ। ਪਰ ਤੁਸੀਂ ਦੇਖੋ ਵੀ ਜਿਹੜਾ 5 ਸਾਲ ਆ 5 ਸਾਲ ਦੇ ਵਿੱਚ ਕਿਸੇ ਵੀ ਏਰੀਏ 'ਚ ਕੋਈ ਡਿਵੈਲਪਮੈਂਟ ਨਹੀਂ। ਹੁਣ ਮੇਰੀ ਦੇਖੋ ਇੱਕ ਇਹੀ ਆ ਵੀ ਇਮਾਨਦਾਰੀ ਨਾਲ ਕੋਸ਼ਿਸ਼ ਇਹੀ ਰਹੇਗੀ ਵੀ ਜਿਸ ਤਰ੍ਹਾਂ 2019 ਦੇ ਵਿੱਚ ਵੀ ਪਾਰਟੀ ਨੇ ਮੌਕਾ ਦਿੱਤਾ ਸੀ ਔਰ ਅਸੀਂ ਇਤਿਹਾਸਿਕ ਵੋਟਾਂ ਲੈ ਕੇ ਗਏ ਸੀ ਔਰ 3 ਹਲਕਿਆਂ ਦੇ ਵਿੱਚ ਤਕਰੀਬਨ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਬਿਨਾਂ ਸਾਧਨਾਂ ਦੇ। ਤੇ ਹੁਣ ਇਹੀ ਕੋਸ਼ਿਸ਼ ਆ ਵੀ ਜਿਸ ਉਮੀਦ ਨਾਲ ਪਾਰਟੀ ਨੇ ਔਰ ਸਾਡੀ ਗਠਬੰਧਨ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਔਰ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਉਹਨਾਂ ਨੇ ਜਿਸ ਉਮੀਦ ਦੇ ਨਾਲ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ, ਇਹ ਸੀਟ ਅਸੀਂ ਜਿਤਾਈਏ ਔਰ ਸਰਕਾਰ ਵੀ ਬਣਾਈਏ, ਪਲੱਸ ਜਿਹੜੇ ਲੋਕਾਂ ਦੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਆ ਵੀ ਉਹਨਾਂ ਦੀ ਡਿਵੈਲਪਮੈਂਟ ਹੋਵੇ, ਉਹਨਾਂ ਨੂੰ ਪ੍ਰਸ਼ਾਸਨ 'ਚੋਂ ਰਿਲੀਫ ਮਿਲੇ, ਉਹਦੇ ਤੇ ਅਸੀਂ ਕੰਮ ਕਰੀਏ। ਮੈਜੋਰਟੀ ਜਿਹੜਾ ਅਕਾਲੀ ਦਲ ਦਾ ਬੇਸ ਹੈ ਉਹ ਵੀ ਕਿਸਾਨੀ ਦੇ ਨਾਲ ਆ। ਕੁਛ ਜਿੱਦਾਂ ਜਿਸ ਤਰ੍ਹਾਂ ਇੱਕ ਕਿਸਾਨਾਂ ਦੇ ਵਿੱਚ ਸੁਭਾਵਿਕ ਨਿਰਾਸ਼ਾ ਆ ਕਿਉਂਕਿ ਖੇਤੀ ਬਿੱਲ ਆਏ ਆ, ਤੇ ਜਿਹੜੀਆਂ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਕੁਝ ਐਲੀਮੈਂਟਸ ਆ ਉਹ ਜਿਹੜੀਆਂ ਮਤਲਬ ਇਸ ਇਸ਼ੂ ਨੂੰ ਲੈ ਕੇ ਵਿਰੋਧ ਕਰਦੀਆਂ, ਤੇ ਇਸ ਕਰਕੇ ਕਿਸਾਨ ਬੇਸਿਕਲੀ ਅਕਾਲੀ ਦਲ ਦੇ ਖਿਲਾਫ ਨਹੀਂ ਆ, ਉਹਨਾਂ ਦਾ ਮੇਨ ਕੇਡਰ ਬੇਸ ਹੈਗਾ ਆ, ਤੇ ਦੂਜੀ ਪਾਰਟੀਆਂ ਦਾ ਪ੍ਰੋਪੇਗੈਂਡਾ ਇਹ 'ਚ ਸਾਨੂੰ ਜ਼ਿਆਦਾ ਲੱਗਦਾ, ਤੇ ਇਸ ਕਰਕੇ ਸਾਨੂੰ ਲੱਗਦਾ ਨਹੀਂ ਵੀ ਇਹ 'ਚ ਕੋਈ ਲੋਸ ਵਾਲੀ ਗੱਲ ਹੈਗੀ ਆ। ਦੇਖੋ ਸੁਰਿੰਦਰ ਜਿਹੜਾ ਚੌਧਰੀ ਆ ਉਹ ਪਹਿਲਾਂ ਤੋਂ ਹੀ ਜਿਸ ਤਰ੍ਹਾਂ ਦਾ ਅਸੀਂ ਇਲਾਕੇ 'ਚ ਦੇਖਦੇ ਹਾਂ, ਉਹਨਾਂ ਦਾ ਕਦੀ ਵੀ ਇੱਕ ਸੁਭਾਵਿਕ ਤੌਰ ਤੇ ਇੱਕ ਝੁਕਾਅ ਨਹੀਂ ਰਿਹਾ ਵੀ ਰਿਫਾਰਮ ਲਈ ਕੰਮ ਕਰਨਾ, ਡਿਵੈਲਪਮੈਂਟ ਨਹੀਂ ਕਰਨਾ, ਔਰ ਸਾਰੇ ਫੇਲ ਹੋ ਗਏ। ਇਸ ਕਰਕੇ ਪੂਰੇ ਇਲਾਕੇ ਦੇ ਵਿੱਚ ਕੋਈ ਸੜਕ ਨਹੀਂ ਬਣੀ, ਕੋਈ ਹਸਪਤਾਲ ਨਹੀਂ ਬਣਿਆ, ਕੋਈ ਸਕੂਲਾਂ ਦੀ ਅਪਗ੍ਰੇਡੇਸ਼ਨ ਨਹੀਂ ਹੋਈ, ਕੋਈ ਰਿਫਾਰਮ ਨਹੀਂ ਹੋਇਆ, ਈਵਨ ਕਈ ਸਕੂਲ ਆ ਜਿਹੜੇ ਇਲਾਕੇ ਦੇ ਵਿੱਚ ਬੰਦ ਹੋ ਗਏ, ਕੋਈ ਕਾਲਜ ਨਹੀਂ ਹੈਗਾ। ਆਪਣੀ ਇਹੀ ਕੋਸ਼ਿਸ਼ ਰਹੂਗੀ ਵੀ ਜਿਹੜੇ ਅਸੀਂ ਇਲਾਕੇ ਦੇ ਲੋਕ ਆ ਉਹਨਾਂ ਨੂੰ ਰਾਹਤ ਦਈਏ ਔਰ ਇਮੀਡੀਏਟ ਕੰਮ ਜਿਹੜੇ ਕੀਤੇ ਜਾ ਸਕਦੇ ਆ ਵੀ ਜਿਹੜੇ ਪ੍ਰਸ਼ਾਸਨਿਕ ਸੁਧਾਰ ਕੀਤੇ ਕਰਨ ਵੱਲ ਅਸੀਂ ਵਧਾਂਗੇ, ਵੀ ਲੋਕਾਂ ਨੂੰ ਰਿਫਾਰਮ ਕਰੀਏ, ਜਿਹੜਾ ਪ੍ਰਸ਼ਾਸਨ ਆ ਉਹ ਲੋਕਾਂ ਦੀ ਪਹੁੰਚ ਹੋਵੇ, ਉਹਨਾਂ ਦੀ ਖੱਜਲ ਖੁਆਰੀ ਨਾ ਹੋਵੇ। ਅੱਜ ਅਸੀਂ ਤੁਹਾਨੂੰ ਜਿਸ ਸ਼ਖਸੀਅਤ ਨਾਲ ਮਿਲਾਨ ਜਾ ਰਹੇ ਹਾਂ, ਉਸ ਸ਼ਖਸੀਅਤ ਨੇ ਕਾਫੀ ਘੱਟ ਉਮਰ ਦੇ ਵਿੱਚ 2 ਵਾਰ ਚੁਣਾਵ ਲੜਿਆ। ਇੱਕ ਵਾਰ ਚੁਣਾਵ ਲੜਿਆ MLA ਦਾ ਔਰ ਇੱਕ ਵਾਰ ਚੁਣਾਵ ਲੜਿਆ MP ਦਾ, ਮਗਰ ਦੋਨੋਂ ਹੀ ਵਾਰ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਾਰਨ ਇਹ ਸੀ ਜਦੋਂ ਜਿਸ ਪਾਰਟੀ ਨੂੰ ਇਹ ਬਿਲੋਂਗ ਕਰਦੇ ਨੇ ਉਦੋਂ ਇਸ ਪਾਰਟੀ ਦਾ ਕਿਸੇ ਦੇ ਨਾਲ ਗੱਠਜੋੜ ਨਹੀਂ ਸੀ। ਹੁਣ ਇਸ ਪਾਰਟੀ ਦਾ ਗੱਠਜੋੜ ਹੋ ਚੁੱਕਾ ਸ਼੍ਰੋਮਣੀ ਅਕਾਲੀ ਦਲ ਨਾਲ। ਜੀ ਹਾਂ, ਮੈਂ ਗੱਲ ਕਰ ਰਿਹਾ ਹਲਕਾ ਕਰਤਾਰਪੁਰ ਤੋਂ ਹਲਕਾ ਇੰਚਾਰਜ ਬਲਵਿੰਦਰ ਕੁਮਾਰ ਨਾਲ। ਗੱਲਬਾਤ ਕਰਦੇ ਹਾਂ ਬਲਵਿੰਦਰ ਕੁਮਾਰ ਨਾਲ, ਜਿਨ੍ਹਾਂ ਨੂੰ ਬਹੁਜਨ ਸਮਾਜ ਪਾਰਟੀ ਨੇ ਕਰਤਾਰਪੁਰ ਤੋਂ ਹਲਕਾ ਇੰਚਾਰਜ ਲਗਾਇਆ। ਬਲਵਿੰਦਰ ਕੁਮਾਰ ਜੀ, ਪਹਿਲਾਂ ਤਾਂ ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ। ਧੰਨਵਾਦ ਜੀ ਸਾਰੇ ਤੁਹਾਡੀ ਟੀਮ ਦਾ ਜੀ। ਬਲਵਿੰਦਰ ਜੀ, 2 ਵਾਰ BSP ਨੇ ਤੁਹਾਨੂੰ ਟਿਕਟ ਦੇ ਕੇ ਜਨਤਾ ਦੀ ਅਦਾਲਤ ਵਿੱਚ ਭੇਜਿਆ, 2 ਵਾਰ ਹੀ ਹਾਰਨ ਦਾ ਸਾਹਮਣਾ ਕਰਨਾ ਪੈ ਗਿਆ, ਕੀ ਕਾਰਨ ਕੀ ਮੰਨਦੇ ਹੋ? ਦੇਖੋ ਉਹਦੇ ਵਿੱਚ ਇਹ ਆ ਵੀ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਆਮ ਲੋਕ ਆ ਜਿਨ੍ਹਾਂ ਨੂੰ ਕਦੀ ਕਿਉਂਕਿ ਕੇਂਦਰ ਦੇ ਵਿੱਚ ਜ਼ਿਆਦਾਤਰ ਕਾਂਗਰਸ ਸਰਕਾਰ ਰਹੀ ਆ, ਜਿਨ੍ਹਾਂ ਨੂੰ ਆਮ ਲੋਕਾਂ ਨੂੰ ਕਦੀ ਇੰਪਾਵਰ ਨਹੀਂ ਹੋਏ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਸਾਧਨ ਵੀ ਹੈ ਨਹੀਂ, ਤੇ ਜਿਹੜੀ BSP ਹਮੇਸ਼ਾ ਤੋਂ ਜਿਹੜੇ ਆਮ ਲੋਕ ਆ ਉਹਨਾਂ ਨੂੰ ਇੰਪਾਵਰਡ ਕਰਕੇ, ਉਹਨਾਂ ਨੂੰ ਸੰਗਠਿਤ ਕਰਕੇ ਉਹਨਾਂ ਨੂੰ ਸੱਤਾ 'ਚ ਲਿਆਉਣ ਦੇ ਲਈ ਜਿਹੜੀ ਜੱਦੋਜਹਿਦ ਆ, ਤੇ ਇਸ ਕਰਕੇ ਜਿਹੜੇ ਆਮ ਲੋਕ ਆ ਕਈ ਵਾਰ ਉਹਨਾਂ ਕੋਲ ਜਿਹੜੀਆਂ ਸਥਾਪਿਤ ਪਾਰਟੀਆਂ ਆ, ਹਾਲਾਂਕਿ ਉਹਨਾਂ ਦੇ ਵਿੱਚ ਜਿਹੜਾ ਸਾਡਾ ਕੇਡਰ ਤਾਂ ਮਜ਼ਬੂਤ ਹੈਗਾ, ਪਰ ਜਦੋਂ ਇਲੈਕਸ਼ਨ ਦੇ ਵਿੱਚ ਜਿਹੜਾ ਧਨ ਬਲ ਦਾ ਬਹੁਤ ਜ਼ਿਆਦਾ ਪ੍ਰਯੋਗ ਮੰਨ ਲਓ ਵੱਧ ਜਾਂਦਾ, ਇਸਤੇਮਾਲ ਵੱਧ ਜਾਂਦਾ, ਤੇ ਉਹਨਾਂ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਕਈ ਵਾਰ ਜਿਹੜੀ BSP ਜਿਹੜੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ। ਤੇ ਇਸ ਕਰਕੇ ਜਿਹੜਾ ਹਾਲਾਂਕਿ ਸਾਡੇ ਕੇਡਰ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ 2019 ਦੀਆਂ ਲੋਕ ਸਭਾ ਸੀਟਾਂ ਦੇ ਵਿੱਚ 2,05,000 ਅਸੀਂ ਵੋਟ ਲਈ, ਔਰ ਉਹ ਵੀ ਬਿਨਾਂ ਸਾਧਨਾਂ ਤੋਂ, ਬਿਨਾਂ ਪਾਵਰ ਤੋਂ। ਤੇ ਇਸ ਕਰਕੇ ਜਿਹੜੀਆਂ ਸਥਾਪਿਤ ਪਾਰਟੀਆਂ ਉਹ ਕਾਫੀ ਪਾਵਰਫੁਲ ਹੈਗੀਆਂ, ਤੇ ਉਹਨਾਂ ਦੇ ਮੁਕਾਬਲੇ ਵਿੱਚ ਕਈ ਵਾਰ ਜਿਹੜਾ ਆ ਉਹ ਕਮੀ ਪੇਸ਼ੀ ਰਹਿ ਜਾਂਦੀ ਆ, ਤੇ ਸਾਧਨਾਂ ਦੇ ਇਸਤੇਮਾਲ ਕਰਕੇ ਉਹ ਜਿੱਤ ਜਾਂਦੀਆਂ ਜ਼ਿਆਦਾ। 2 ਵਾਰ ਤੁਹਾਨੂੰ ਹਾਰਨ ਦਾ ਸਾਹਮਣਾ ਕਰਨਾ ਪਿਆ। ਆਪੋਜੀਸ਼ਨ ਪਾਰਟੀਆਂ ਨੇ ਇਹ ਤਾਂ ਸੋਚਿਆ ਹੋਣਾ ਮੁੰਡਾ ਨੌਜਵਾਨ ਹੈ, ਪੜ੍ਹਿਆ ਲਿਖਿਆ ਹੈ, ਲੋਕਾਂ 'ਚ ਵਿਚਰਦਾ, ਕਿਸੇ ਨਾ ਕਿਸੇ ਪਾਰਟੀ ਨੇ ਤੁਹਾਨੂੰ ਅਪਰੋਚ ਤਾਂ ਕੀਤੀ ਹੋਣੀ ਨਾ? ਦੇਖੋ ਹਰੇਕ ਕੋਈ ਪਾਰਟੀ ਚਾਹੁੰਦੀ ਆ ਵੀ ਜਿਹੜਾ ਕੋਈ ਇੱਕ ਬੇਸ ਸਥਾਪਿਤ ਕਰ ਲਵੇ ਵੀ ਉਹਨਾਂ ਨੂੰ ਅਪਰੋਚ ਕੀਤਾ ਜਾਵੇ, ਪਰ ਆਪਣੇ ਵੱਲੋਂ ਕਿਉਂਕਿ ਜਿਹੜੀ ਬਹੁਜਨ ਸਮਾਜ ਪਾਰਟੀ ਹੈਗੀ ਆ, ਕਿਉਂਕਿ ਪਹਿਲਾਂ ਤੋਂ ਹੀ ਮੈਂ ਜਦੋਂ ਜੋਬ ਕਰਦਾ ਹੁੰਦਾ ਸੀ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਮੈਂ BSP ਦਾ ਸਪੋਰਟਰ ਰਿਹਾ, ਬਾਬਾ ਸਾਹਿਬ ਕਾਂਸ਼ੀ ਰਾਮ ਜੀ ਦੇ ਅਸੀਂ ਫੋਲੋਵਰ ਰਹੇ ਹਾਂ, ਔਰ ਉਸ ਤੋਂ ਬਾਅਦ ਜਦੋਂ ਸਾਨੂੰ ਲੱਗਾ ਵੀ ਅਸੀਂ ਰਾਜਨੀਤਿਕ ਤੌਰ 'ਤੇ ਸ਼ੁਰੂਆਤ ਕਰਨੀ ਆ, ਤੇ ਆਪਾਂ ਸਾਡਾ ਚਾਹੇ ਬਾਕੀ ਪਾਰਟੀਆਂ ਵੀ ਸੀਗੀਆਂ, ਈਵਨ ਸਥਾਪਿਤ ਪਾਰਟੀਆਂ ਵੀ ਸੀਗੀਆਂ ਜਿਹੜੀਆਂ ਕਿ ਸਰਕਾਰਾਂ ਵਿੱਚ ਸੀ, ਔਰ BSP ਪੰਜਾਬ ਦੇ ਵਿੱਚ ਸੱਤਾ 'ਚ ਕਦੀ ਨਹੀਂ ਆਈ, ਪਰ ਇਸ ਦੇ ਬਾਵਜੂਦ ਜਿਹੜਾ ਸਾਨੂੰ ਇਹੀ ਸੀ ਵੀ ਜਿਹੜੇ ਆਮ ਲੋਕ ਆ, ਜਿੰਨੀ ਸਾਡੀ ਸਮਝ ਆ, ਮੈਂ ਯੂਨੀਵਰਸਿਟੀ ਤੋਂ ਪੜ੍ਹ ਕੇ ਆਇਆ ਹਾਂ, ਤੇ ਮੈਨੂੰ ਇਹ ਸੀ ਵੀ ਜਿੰਨੀ ਵੀ ਸਮਝ ਹੈਗੀ ਆ, ਜਿੰਨੀ ਅਸੀਂ ਪੜ੍ਹਾਈ ਕੀਤੀ ਆ, ਅਸੀਂ ਆਮ ਲੋਕਾਂ ਦੇ ਨਾਲ ਲੈ ਕੇ ਤੁਰੀਏ, ਉਹਨਾਂ ਦੀ ਇੰਪਾਵਰਮੈਂਟ ਲਈ ਗੱਲ ਕਰੀਏ, ਤੇ ਇਸ ਕਰਕੇ ਜਿਹੜਾ ਮੇਨ ਅਸੀਂ ਜਿਹੜਾ ਧਿਆਨ ਅਸੀਂ BSP ਵੱਲ ਰੱਖਿਆ।
ਤੁਸੀਂ ਪੱਤਰਕਾਰੀ ਨਾਲ ਵੀ ਜੁੜੇ ਹੋ, ਪੱਤਰਕਾਰੀ ਨਾਲ ਜੁੜਨ ਦੇ ਨਾਲ ਬੀਐਸਪੀ 'ਚ ਆਉਣ ਦਾ ਮਕਸਦ ਕੀ ਸੀ? ਦੇਖੋ ਬੀਐਸਪੀ ਕਿਉਂਕਿ ਪੱਤਰਕਾਰੀ ਦੇ ਵਿੱਚ ਸਾਡੇ ਇੱਕ ਪਰਪਸ ਲਈ ਆਏ ਸੀ, ਕਿਉਂਕਿ ਉਦੋਂ ਜਦੋਂ ਸਾਨੂੰ ਬਹੁਤ ਹੀ ਜ਼ਿਆਦਾ ਸਟੇਟ ਸਟਰਕਚਰ ਦੀ ਸਮਝ ਹੈ ਨਹੀਂ ਸੀਗੀ, ਸਿਸਟਮ ਦੀ ਸਮਝ ਹੈ ਨਹੀਂ ਸੀਗੀ, ਤੇ ਉਦੋਂ ਮੈਂ ਇਹ ਸੋਚਦਾ ਹੁੰਦਾ ਸੀ ਵੀ ਸ਼ਾਇਦ ਅਸੀਂ ਸਰਕਾਰਾਂ ਦੇ ਖਿਲਾਫ ਖਬਰਾਂ ਲਾ ਕੇ ਕੁਝ ਰਿਫਾਰਮ ਕਰ ਸਕਾਂਗੇ। ਪਰ ਹੌਲੀ-ਹੌਲੀ ਜਦੋਂ ਮੈਂ 8-10 ਸਾਲ ਪੱਤਰਕਾਰੀ ਕੀਤੀ, ਮੈਨੂੰ ਲੱਗਾ ਵੀ ਇਕੱਲਾ ਮੰਨ ਲਓ ਇਹਨਾਂ ਦਾ ਕ੍ਰਿਟਿਸਿਜ਼ਮ ਕਰਨ ਨਾਲ ਰਿਫਾਰਮ ਨਹੀਂ ਹੋਣਾ, ਵੀ ਅਸੀਂ ਆਪ ਸਿੱਧਾ ਡਾਇਰੈਕਟ ਜਿਹੜਾ, ਕਿਉਂਕਿ ਅਸੀਂ ਯੰਗ ਹੈਗੇ ਹਾਂ, ਪੜ੍ਹੇ ਲਿਖੇ ਆ, ਔਰ ਸਾਨੂੰ ਕੁਝ ਪਤਾ ਵੀ ਹੈਗਾ ਵੀ ਅਸੀਂ ਕਿੱਦਾਂ ਰਿਫਾਰਮ ਕਰ ਸਕਦੇ ਹਾਂ, ਵੀ ਅਸੀਂ ਆਪ ਡਾਇਰੈਕਟ ਪੋਲੀਟਿਕਸ ਵਿੱਚ ਆਈਏ। ਅਤੇ ਇਸ ਕਰਕੇ ਆਪ ਡਾਇਰੈਕਟ ਪੋਲੀਟਿਕਸ ਵਿੱਚ ਆਏ, ਔਰ ਇਹਦੇ ਵਿੱਚ ਬੀਐਸਪੀ ਇਸ ਕਰਕੇ ਚੁਣੀ ਕਿਉਂਕਿ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਸੀਗੀ, ਤਾਂ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਆਮ ਲੋਕ ਆ, ਚਾਹੇ ਮਾਈਨੋਰਟੀਜ਼ ਹੋਣ ਜਾਂ ਆਮ ਲੋਕ ਹੋਣ ਜਾਂ ਵਪਾਰੀ ਵਰਗ ਆ, ਜਿਹੜੇ ਵੀ ਆਮ ਤਬਕੇ ਹੈਗੇ ਆ, ਵੀ ਉਹਨਾਂ ਨੂੰ ਜਿਹੜਾ ਆ ਕੋਈ ਮੰਨ ਲਓ ਇੱਕ ਜਿਹੜਾ ਆਪਣੇ ਦੇਸ਼ ਦੇ ਵਿੱਚ ਜਿਹੜੇ ਸੱਤਾ ਦੇ ਕਾਬਿਲ ਲੋਕ ਆ, ਵੀ ਉਹ ਆਪਣੇ ਲਈ ਹੀ ਨੀਤੀਆਂ ਬਣਾਉਂਦੇ ਆ, ਉਹਨਾਂ ਕੋਲ ਹੀ ਪਾਵਰ ਆ, ਉਹਨਾਂ ਕੋਲ ਹੀ ਸਾਧਨ ਆ, ਅਤੇ ਇਸ ਕਰਕੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਇੰਪਾਵਰ ਕਰਨ ਔਰ ਉਹਨਾਂ ਨੂੰ ਸੱਤਾ ਵਿੱਚ ਹਿੱਸੇਦਾਰੀ ਕਰਾਉਣ ਦੀ ਜਿਹੜੀ ਮੂਵਮੈਂਟ ਆ, ਉਹ ਸਾਹਿਬ ਕਾਂਸ਼ੀ ਰਾਮ ਜੀ ਨੇ ਸ਼ੁਰੂ ਕੀਤੀ ਸੀ। ਅਤੇ ਇਸ ਕਰਕੇ ਸਾਨੂੰ ਲੱਗਾ ਵੀ ਇਹ ਜਿਹੜੀ ਪਾਰਟੀ ਆ, ਇਹ ਜਿਹੜੀ ਆ ਸਾਰੇ ਵਰਗਾਂ ਦੇ ਜਿਹੜੀ ਹਿੱਤ ਆ ਉਹਨਾਂ ਦੀ ਪੂਰਤੀ ਕਰਦੀ ਆ। ਔਰ ਜਿਵੇਂ ਕਿ ਭੈਣ ਕੁਮਾਰੀ ਮਾਇਆਵਤੀ ਜੀ, ਜਿਹੜੇ ਕਿ ਹੁਣ ਇਸ ਟਾਈਮ ਮੌਜੂਦਾ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਹਨ, ਔਰ ਉਹਨਾਂ ਨੇ ਜਿਹੜੀ ਆ ਸਰਬਜਨ ਹਿਤਾਏ ਔਰ ਸਰਬਜਨ ਸੁਖਾਏ ਦੀ ਬਸਪਾ ਦੀ ਨੀਤੀ ਹੈਗੀ ਆ, ਉਹ ਵੀ ਤੁਸੀਂ ਦੇਖੋ ਵੀ ਜਦੋਂ ਯੂਪੀ ਦੇ ਵਿੱਚ ਬੀਐਸਪੀ ਦੀ ਸਰਕਾਰ ਬਣੀ ਅਤੇ ਸਾਰੇ ਵਰਗਾਂ ਦੀ ਡਿਵੈਲਪਮੈਂਟ ਲਈ ਕੰਮ ਹੋਇਆ, ਔਰ ਕਿਸੇ ਵੀ ਵਰਗ ਦੇ ਖਿਲਾਫ ਮਤਲਬ ਕਿਸੇ ਵੀ ਵਰਗ ਦੇ ਖਿਲਾਫ ਕੋਈ ਦੰਗੇ ਨਹੀਂ ਹੋਣ ਦਿੱਤੇ, ਕਦੀ ਲਾ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੋਣ ਦਿੱਤੀ। ਔਰ ਕਾਂਗਰਸ ਨੇ ਜਿਹੜੀ ਕਿ 40-40 ਸਾਲ ਯੂਪੀ 'ਚ ਲਗਾਤਾਰ ਰਾਜ ਕੀਤਾ, ਔਰ ਕਿਸੇ ਏਰੀਏ 'ਚ ਹਸਪਤਾਲ ਨਹੀਂ ਬਣਾਏ, ਐਜੂਕੇਸ਼ਨ ਨਹੀਂ ਇੰਸਟੀਟਿਊਸ਼ਨ ਨਹੀਂ ਬਣਾਏ, ਅਤੇ ਬੀਐਸਪੀ ਨੇ ਵਰਲਡ ਕਲਾਸ ਜਿਹੜੇ ਇੰਸਟੀਟਿਊਸ਼ਨ ਬਣਾਏ, ਹਸਪਤਾਲ ਬਣਾਏ ਹੈਗੇ। ਤੁਸੀਂ ਦੇਖੋ ਜਿਹੜਾ ਜਮਨਾ ਵੇ ਐਕਸਪ੍ਰੈਸ ਵੇ ਬਣਾਇਆ, ਉਹ ਵੀ ਬੀਐਸਪੀ ਨੇ ਬਣਾਇਆ। ਅਤੇ ਇਸ ਕਰਕੇ ਜਿਹੜੀ ਬੀਐਸਪੀ ਆ, ਉਹ ਸਾਰੇ ਵਰਗਾਂ ਦੀ ਇੱਕ ਸਮਾਨਤਾ ਆਧਾਰਿਤ ਸੁਸਾਇਟੀ ਬਣਾ ਕੇ ਉਹਦੀ ਡਿਵੈਲਪਮੈਂਟ ਲਈ ਕੰਮ ਕਰਦੀ ਆ, ਅਤੇ ਇਸ ਕਰਕੇ ਮੈਂ ਬੀਐਸਪੀ ਵਿੱਚ ਆਇਆ। ਜਿੱਥੇ ਤੱਕ ਮੈਨੂੰ ਯਾਦ ਹੈ 2017 ਦੇ ਵਿੱਚ ਤੁਹਾਨੂੰ ਸੰਗਠਨ ਨੇ ਕਿਹਾ ਸੀ ਤੁਸੀਂ ਇਲੈਕਸ਼ਨ ਨਹੀਂ ਲੜਨੇ, ਇਲੈਕਸ਼ਨ ਲੜਾਣੇ ਹੈ, ਫਿਰ ਕੀ ਕਾਰਨ ਕੀ ਪੈ ਗਿਆ ਬਲਵਿੰਦਰ ਕੁਮਾਰ ਨੂੰ ਇਲੈਕਸ਼ਨ ਖੁਦ ਲੜਨੇ ਪੈ ਗਏ? ਦੇਖੋ ਬੀਐਸਪੀ ਦੀ 2016 ਦੇ ਵਿੱਚ ਨੀਤੀ ਆਈ ਬਈ ਜਿਹੜੇ ਨੌਜਵਾਨ ਹੈਗੇ ਆ, ਉਹਨਾਂ ਨੂੰ ਸੰਗਠਨ ਦੇ ਵਿੱਚ 50% ਹਿੱਸੇਦਾਰੀ ਦੇਣੀ ਹੈਗੀ, ਔਰ ਉਹਦੇ ਵਿੱਚ ਇੱਕ ਨੀਤੀ ਇਹ ਵੀ ਸੀ ਬਈ ਜਿਸਕੇ ਪਾਸ ਅਹੁਦਾ ਹੈ ਉਸੇ ਟਿਕਟ ਨਹੀਂ ਮਿਲੇਗੀ, ਵੀ ਜਿਹੜਾ ਸੰਗਠਨ 'ਚ ਕੰਮ ਕਰਨਾ ਚਾਹੁੰਦਾ ਬਈ ਉਹ ਇਲੈਕਸ਼ਨ ਨਹੀਂ ਕਰੇਗਾ। ਇਹ ਬੀਐਸਪੀ ਦਾ ਫੈਸਲਾ ਸੀ, ਔਰ ਮੇਰਾ ਸ਼ੁਰੂਆਤੀ ਰੁਝਾਨ ਵੀ ਇਹੀ ਸੀ ਵੀ ਅਸੀਂ ਸੰਗਠਨ ਲਈ ਕੰਮ ਕਰੀਏ, ਵੀ ਜਿਹੜੇ ਸਾਡੀ ਲੀਡਰਸ਼ਿਪ ਆ, ਜਿਹੜੇ ਸਾਡੇ ਤੋਂ ਪਹਿਲਾਂ ਕੰਮ ਕਰਦੇ ਆ, ਵੀ ਉਹ ਇਲੈਕਸ਼ਨ ਲੜਨ ਔਰ ਅਸੀਂ ਉਹਨਾਂ ਦੇ ਲਈ ਕੰਮ ਕਰੀਏ। ਪਰ ਮਤਲਬ ਕੁਝ ਸਰਕਮਸਟਾਂਸਿਸ ਇੱਦਾਂ ਦੇ ਹੋਏ ਵੀ ਪਾਰਟੀ ਨੇ ਜਿਸ ਬੰਦੇ ਨੂੰ ਪਹਿਲਾਂ ਤੈਅ ਕੀਤਾ ਸੀਗਾ ਬਈ ਉਹਨੂੰ ਇਲੈਕਸ਼ਨ ਲੜਾਉਣੇ ਆ, ਉਹ ਕੁਛ ਉਹਨਾਂ ਦੀਆਂ ਫੈਮਿਲੀ ਪ੍ਰੋਬਲਮ ਸੀ, ਕੁਛ ਉਹਨਾਂ ਨੇ ਕਿਸੇ ਹੋਰ ਪਾਸੇ ਜਾਣੀ ਜਿੱਦਾਂ ਫੋਰਨ ਵੀ ਉਹਨਾਂ ਨੇ ਸੈਟਲਮੈਂਟ ਕਰਨੀ ਸੀ। ਇਸ ਕਰਕੇ ਲਾਸਟ ਟਾਈਮ 'ਤੇ ਉਹਨਾਂ ਨੇ ਆ ਵੀ ਡਿਸਾਈਡ ਕੀਤਾ ਵੀ ਮੈਂ ਨਹੀਂ ਕੰਟੈਸਟ ਕਰ ਸਕਦਾ, ਅਤੇ ਲਾਸਟ ਜਿਸ ਦਿਨ ਇਲੈਕਸ਼ਨ ਅਨਾਊਂਸ ਹੋਇਆ ਉਸ ਤੋਂ ਇੱਕ ਦਿਨ ਪਹਿਲਾਂ ਫਿਰ ਮੈਨੂੰ ਪਾਰਟੀ ਨੇ ਕਿਹਾ ਵੀ ਤੁਸੀਂ ਜਿਹੜੀ ਇਹ ਤਿਆਰੀ ਕਰੋ, ਅਤੇ 1 ਮਹੀਨੇ ਦਾ ਉਦੋਂ ਮੇਰੇ ਕੋਲ ਸਮਾਂ ਸੀ, ਅਤੇ ਪਾਰਟੀ ਦਾ ਕਿਉਂਕਿ ਫੈਸਲਾ ਸੀਗਾ ਵੀ ਤੁਸੀਂ ਇਲੈਕਸ਼ਨ ਲੜਨੇ ਆ, ਅਤੇ ਇਸ ਕਰਕੇ ਮੈਂ ਉਦੋਂ ਇਲੈਕਸ਼ਨ ਲੜੇ। ਤਾਂ ਵੀ ਬੜਾ ਘੱਟ ਸਮਾਂ ਮਿਲਿਆ ਤੁਹਾਨੂੰ ਲੋਕਾਂ 'ਚ ਵਿਚਰਨ ਦਾ, ਤਾਂ ਵੀ ਲੋਕਾਂ ਨੇ ਭਰਪੂਰ ਤੁਹਾਨੂੰ ਪਿਆਰ ਦਿੱਤਾ। ਦੇਖੋ ਬੀਐਸਪੀ ਦਾ ਹਮੇਸ਼ਾ ਹੀ ਜਿਹੜਾ ਇੱਕ ਹਰ ਸੀਟ 'ਤੇ ਪੰਜਾਬ ਦੀ 'ਤੇ ਇੱਕ ਮਜ਼ਬੂਤ ਔਰ ਪਰਮਾਨੈਂਟ ਜਿਹੜਾ ਕੈਡਰ ਰਿਹਾ ਆ, ਅਤੇ ਇਸ ਕਰਕੇ ਚਾਹੇ ਅਸੀਂ ਮਹੀਨਾ ਪਹਿਲਾਂ ਹੀ ਆਏ ਸੀ, ਪਰ ਜਿਹੜਾ ਸਾਡਾ ਪਿੰਡਾਂ ਦੇ ਵਿੱਚ ਹਲਕਾ ਕਰਤਾਰਪੁਰ ਦੇ ਵਿੱਚ ਕੇਡਰ ਸੀਗਾ, ਉਹਨਾਂ ਨੇ ਸਾਡਾ ਸਾਥ ਦਿੱਤਾ, ਔਰ ਸਾਨੂੰ ਛੋਟ ਸਮੇਂ ਦੇ ਵਿੱਚ ਕਿਉਂਕਿ ਜਦ ਕਿ ਉਦੋਂ ਕਾਂਗਰਸ ਔਰ ਜਿਹੜੀ ਕਾਂਗਰਸ ਔਰ ਆਮ ਪਾਰਟੀ ਜਿਹੜੀ ਆ ਜਾਂ ਅਕਾਲੀ ਦਲ ਆ, ਉਹ ਪਹਿਲਾਂ ਹੀ ਸਰਗਰਮ ਹੋ ਚੁੱਕੇ 6 ਮਹੀਨੇ, ਪਰ ਉਸ ਦੇ ਬਾਵਜੂਦ ਚਾਹੇ ਅਸੀਂ 20 ਦਿਨ ਦਾ ਸਮਾਂ ਮਿਲਿਆ, ਔਰ ਸਰਦੀਆਂ ਦੇ ਦਿਨ ਸੀਗੇ ਜਦੋਂ ਧੁੰਦ ਵੀ ਬਹੁਤ ਪੈਂਦੀ ਸੀ, ਕੈਂਪੇਨ ਵੀ ਸਹੀ ਨਹੀਂ ਹੋਈ, ਪਰ ਫਿਰ ਵੀ ਕੇਡਰ ਨੇ ਸਾਥ ਦਿੱਤਾ, ਔਰ ਅਸੀਂ ਵਧੀਆ ਵੋਟਾਂ ਲੈ ਕੇ ਗਏ ਉਦੋਂ। ਤੁਹਾਨੂੰ ਲੱਗਦਾ ਕਿ ਕਾਂਗਰਸ ਦਾ ਇਸ ਟਾਈਮ ਜ਼ੋਰ ਹੈ? ਦੇਖੋ 2017 ਦੇ ਵਿੱਚ ਲੋਕਾਂ ਨੇ ਬਹੁਤ ਉਮੀਦ ਨਾਲ ਕਾਂਗਰਸ ਨੂੰ ਜਾਣੀ ਫੁੱਲ ਮੈਜੋਰਟੀ 2/3 ਜਿਹੜੀ ਮੈਜੋਰਟੀ ਲੈ ਕੇ ਦਿੱਤੀ ਸੀ ਵੀ ਇਹ ਇਲਾਕੇ ਮਤਲਬ ਪੰਜਾਬ ਦੀ ਡਿਵੈਲਪਮੈਂਟ ਕਰਨਗੇ, ਪਰ ਤੁਸੀਂ ਦੇਖੋ ਵੀ ਜਿਹੜਾ 5 ਸਾਲ ਆ, 5 ਸਾਲ ਦੇ ਵਿੱਚ ਕਿਸੇ ਵੀ ਏਰੀਏ 'ਚ ਕੋਈ ਡਿਵੈਲਪਮੈਂਟ ਨਹੀਂ ਹੋਈ, ਨਾ ਤਾਂ ਜਿਹੜੇ ਲੋਕਲ ਐਮਐਲਏ ਆ ਉਹਨਾਂ ਨੇ ਕੋਈ ਕੰਮ ਕੀਤਾ, ਔਰ ਨਾ ਹੀ ਜਿਹੜੀ ਐਜ਼ ਏ ਗਵਰਨਮੈਂਟ ਵੀ ਸਰਕਾਰ ਨੇ ਕੋਈ ਨੀਤੀ ਬਣਾਈ ਆ, ਨਾ ਕੋਈ ਇਨਫਰਾਸਟਰਕਚਰ ਡਿਵੈਲਪ ਹੋਇਆ, ਨਾ ਕੋਈ ਐਜੂਕੇਸ਼ਨ 'ਤੇ ਕੰਮ ਹੋਇਆ, ਨਾ ਹੈਲਥ 'ਤੇ ਕੰਮ ਹੋਇਆ, ਨਾ ਇੰਪਲੋਇਮੈਂਟ 'ਤੇ ਕੰਮ ਹੋਇਆ, ਨਾ ਹੀ ਕੋਈ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਸੁਧਰੀ ਆ, ਔਰ ਪਹਿਲੇ ਨਾਲੋਂ ਜ਼ਿਆਦਾ ਵਿਗੜੀ ਆ। ਔਰ ਜਿਹੜੀ ਕਾਂਗਰਸ ਆ ਮੇਨਲੀ ਇਸ ਗੱਲ 'ਤੇ ਆਈ ਸੀ ਵੀ ਅਸੀਂ ਨਸ਼ਾ ਖਤਮ ਕਰਨਾ ਪੰਜਾਬ ਦੇ ਵਿੱਚ, ਔਰ ਸਾਨੂੰ ਇੱਦਾਂ ਲੱਗਦਾ ਵੀ ਪਹਿਲੇ ਨਾਲੋਂ ਕਿਤੇ ਕਈ ਗੁਣਾ ਜਿਹੜਾ ਨਸ਼ਾ ਆ ਪੰਜਾਬ 'ਚ ਔਰ ਹਲਕਾ ਕਰਤਾਰਪੁਰ 'ਚ ਵਧਿਆ ਆ।
ਤੇ ਇਸ ਕਰਕੇ ਪੂਰੀ ਤਰ੍ਹਾਂ ਜਿਹੜੀਆਂ ਲੋਕਾਂ ਦੀ ਉਮੀਦਾਂ ਤੇ ਪੂਰੀ ਤਰ੍ਹਾਂ ਫੇਲ ਹੋਈ ਹੈ। ਕਰਤਾਰਪੁਰ ਤੋਂ ਤੁਹਾਨੂੰ ਹਲਕਾ ਇੰਚਾਰਜ ਲਗਾ ਦਿੱਤਾ, ਹੁਣ ਅਗਲੀ ਰਣਨੀਤੀ ਕੀ ਹੋਏਗੀ? ਦੇਖੋ ਮੈਂ ਤਾਂ ਦੇਖੋ ਪਹਿਲਾਂ ਤੇ ਇਹ ਆ ਵੀ ਜਿਹੜੀ ਆ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਆ, ਖਾਸ ਕਰ ਜਿਹੜੀ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਆ ਭੈਣ ਕੁਮਾਰੀ ਮਾਇਆਵਤੀ ਜੀ, ਔਰ ਪੰਜਾਬ ਦੇ ਇੰਚਾਰਜ ਸ਼੍ਰੀ ਰਣਜੀਤ ਸਿੰਘ ਬੈਣੀਪਾਲ ਜੀ, ਸ਼੍ਰੀ ਵਿਪੁਲ ਕੁਮਾਰ ਜੀ, ਔਰ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੀਰ ਸਿੰਘ ਗੜੀ ਜੀ, ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵੀ ਆਮ ਜੇ ਪਰਿਵਾਰ ਦਾ। ਮੇਰੇ ਫਾਦਰ ਸਾਹਿਬ ਕਲਰਕ ਸੀਗੇ, ਕਲੈਰੀਕਲ ਜੌਬ ਸੀਗੀ, ਵੀ ਇੱਕ ਆਮ ਜੀ ਫੈਮਿਲੀ ਜਦੋਂ ਮੈਂ, ਕਿਉਂਕਿ ਹੁਣ ਗਠਬੰਧਨ ਦਾ ਇੱਕ ਤਰ੍ਹਾਂ ਮੈਂ ਕੈਂਡੀਡੇਟ ਹਾਂ ਕਰਤਾਰਪੁਰ ਦੇ ਵਿੱਚੋਂ, ਬਈ ਇੱਕ ਜਿੱਦਾਂ ਮੇਨ ਸਟ੍ਰੀਮ ਪੋਲੀਟਿਕਸ ਆ, ਜਿਸ ਤਰ੍ਹਾਂ ਦੀ ਉਹ 'ਚ ਜ਼ੋਰ ਅਜਮਾਇਸ਼ ਹੁੰਦੀ ਆ, ਜਿਸ ਪੱਧਰ 'ਤੇ ਸਾਧਨ ਚਾਹੀਦੇ ਹੈਗੇ ਆ, ਮਤਲਬ ਅਸੀਂ ਆਮ ਜੇ ਪਰਿਵਾਰ ਕਦੀ ਅਸੀਂ ਸੋਚਿਆ ਨਹੀਂ ਸੀ ਵੀ ਇਸ ਲੈਵਲ 'ਤੇ ਅਸੀਂ ਜਾਵਾਂਗੇ। ਤਾਂ ਮੈਂ ਇਸ ਗੱਲ ਦੇ ਲਈ ਪਹਿਲਾਂ ਤਾਂ ਬਹੁਤ ਧੰਨਵਾਦੀ ਹਾਂ ਵੀ ਪਾਰਟੀ ਨੇ ਇੱਕ ਜਿਹੜਾ ਆਮ ਜਿਹੜਾ ਪਰਿਵਾਰ ਨਾਲ ਸੰਬੰਧਿਤ ਮਤਲਬ ਸੀਗਾ ਵਿਅਕਤੀ ਸੀਗਾ, ਉਹਨੂੰ ਇੱਦਾਂ ਦਾ ਮੌਕਾ ਦਿੱਤਾ। ਹੁਣ ਮੇਰੀ ਦੇਖੋ ਇੱਕ ਇਹੀ ਆ ਵੀ ਇਮਾਨਦਾਰੀ ਨਾਲ ਕੋਸ਼ਿਸ਼ ਇਹੀ ਰਹੇਗੀ ਵੀ ਜਿਸ ਤਰ੍ਹਾਂ 2019 ਦੇ ਵਿੱਚ ਵੀ ਪਾਰਟੀ ਨੇ ਮੌਕਾ ਦਿੱਤਾ ਸੀ, ਔਰ ਅਸੀਂ ਇਤਿਹਾਸਿਕ ਵੋਟਾਂ ਲੈ ਕੇ ਗਏ ਸੀਗੇ, ਔਰ 3 ਹਲਕਿਆਂ ਦੇ ਵਿੱਚ ਤਕਰੀਬਨ ਅਸੀਂ ਜਿੱਤ ਪ੍ਰਾਪਤ ਕੀਤੀ ਸੀ ਬਿਨਾਂ ਸਾਧਨਾਂ ਦੇ। ਤੇ ਹੁਣ ਇਹੀ ਕੋਸ਼ਿਸ਼ ਆ ਵੀ ਜਿਸ ਉਮੀਦ ਨਾਲ ਪਾਰਟੀ ਨੇ ਔਰ ਸਾਡੀ ਗਠਬੰਧਨ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਉਹਨਾਂ ਨੇ ਜਿਸ ਉਮੀਦ ਦੇ ਨਾਲ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ, ਇਹ ਸੀਟ ਅਸੀਂ ਜਿਤਾਈਏ ਔਰ ਸਰਕਾਰ ਵੀ ਬਣਾਈਏ, ਪਲੱਸ ਜਿਹੜੇ ਲੋਕਾਂ ਦੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਆ ਵੀ ਉਹਨਾਂ ਦੀ ਡਿਵੈਲਪਮੈਂਟ ਹੋਵੇ, ਉਹਨਾਂ ਨੂੰ ਪ੍ਰਸ਼ਾਸਨ 'ਚੋਂ ਰਿਲੀਫ ਮਿਲੇ, ਉਹਦੇ 'ਤੇ ਅਸੀਂ ਕੰਮ ਕਰੀਏ। ਜਿੱਦਾਂ ਕਿਸਾਨ ਬੀਜੇਪੀ ਦਾ ਵਿਰੋਧ ਕਰਦੇ ਪਏ ਸੀ ਕ੍ਰਿਸ਼ੀ ਕਾਨੂੰਨ ਬਿੱਲਾਂ ਨੂੰ ਲੈ ਕੇ, ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵੀ ਕਰ ਰਿਹਾ, ਤੁਹਾਨੂੰ ਨਹੀਂ ਲੱਗਦਾ ਤੁਹਾਡੀ ਬੀਐਸਪੀ ਨੂੰ ਵੀ ਉਹਦਾ ਨੁਕਸਾਨ ਝੇਲਣਾ ਪਏਗਾ? ਦੇਖੋ ਬੇਸਿਕਲੀ ਮਤਲਬ ਇਨ ਮੈਜੋਰਟੀ ਕਿਸਾਨ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਹੈਗੇ, ਕਿਉਂਕਿ ਅਸੀਂ ਦਿੱਲੀ ਜਾਂਦੇ ਰਹੇ ਹਾਂ, ਕਿਸਾਨ ਮੋਰਚੇ 'ਚ ਮੈਂ ਜਾਂਦਾ ਰਿਹਾ, ਔਰ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਵਰਕਰ ਆ, ਵੋਟਰ ਸਪੋਰਟਰ ਆ, ਉਹੀ ਕਿਸਾਨ ਯੂਨੀਅਨਾਂ ਦੇ ਸਮਰਥਨ 'ਚ ਗਏ ਆ। ਇੱਕ ਤਾਂ ਇਹ ਵੱਡੀ ਗੱਲ ਹੈਗੀ ਆ। ਕੁਛ ਕੁ ਸੈਕਸ਼ਨ 'ਚ ਇੱਦਾਂ ਦਾ ਤਬਕਾ ਹੈਗਾ ਜਿਹੜਾ ਕਿ ਉਹਨਾਂ ਨੂੰ ਲੱਗਦਾ ਵੀ ਮੰਨ ਲਓ ਉਹ ਬਹੁਤੇ ਅਕਾਲੀ ਦਲ ਨਾਲ ਸਹਿਮਤ ਨਹੀਂ ਆ, ਅਤੇ ਉਹ ਵਿਰੋਧ ਕਰਦੇ ਆ। ਔਰ ਉਸ ਸੈਕਸ਼ਨ ਵਿੱਚੋਂ ਵੀ ਕੁਛ ਇਸ ਤਰ੍ਹਾਂ ਦੇ ਤੱਤਵ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਪਛਾਣੇ ਗਏ ਆ ਵੀ ਉਹ ਕਿਸਾਨਾਂ ਦਾ ਗੁੱਸਾ ਤਾਂ ਹੈਗਾ ਸੈਂਟਰ ਦੇ ਖਿਲਾਫ, ਪਰ ਉਹਦੇ ਵਿੱਚੋਂ ਵੀ ਕੁਛ ਤਬਕਾ ਜਿਹੜੀਆਂ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਜਿਹੜੀ ਆ, ਉਹ ਆਪਣੇ ਐਲੀਮੈਂਟ ਖੜੇ ਕਰਕੇ ਉਹ ਇੱਧਰ ਵਿਰੋਧ ਕਨਵਰਟ ਕਰ ਰਹੀਆਂ। ਤੇ ਇਸ ਕਰਕੇ ਸਾਨੂੰ ਲੱਗਦਾ ਵੀ ਜਿਹੜਾ ਕਿਉਂਕਿ ਸੁਖਬੀਰ ਬਾਦਲ 100 ਦਿਨ ਦੇ 100 ਹਲਕਿਆਂ ਦੇ ਦੌਰੇ ਤੇ ਲੱਗੇ ਹੋਏ ਆ, ਮਗਰ ਜਿੱਥੇ ਸੁਖਬੀਰ ਬਾਦਲ ਜਾ ਰਹੇ ਉੱਥੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਆ, ਉਹਨਾਂ ਦੇ ਕਾਫਲੇ ਦਾ ਵਿਰੋਧ ਕਰ ਰਹੇ ਆ। ਦੇਖੋ ਮੈਂ ਇਹੀ ਕਿਹਾ ਵੀ ਜਿਹੜਾ ਅਕਾਲੀ ਦਲ ਆ, ਉਹਦਾ ਜਿਹੜਾ ਮੈਜੋਰਟੀ ਬੇਸ ਆ ਕਿਸਾਨੀ ਆ, ਔਰ ਜਿੰਨੇ ਉਹਨਾਂ ਦੇ ਵਰਕਰ ਹੈ, ਆਗੂ ਆ, ਸਾਰੇ ਮੈਜੋਰਟੀ ਕਿਸਾਨੀ ਨਾਲ ਸੰਬੰਧਿਤ ਆ। ਇਸ ਕਰਕੇ ਇੱਦਾਂ ਨਹੀਂ ਆ ਵੀ ਕੋਈ 100% ਜਿਹੜਾ ਪੰਜਾਬ ਦਾ ਕਿਸਾਨ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਖੜਾ ਆ। ਮੈਜੋਰਟੀ ਜਿਹੜਾ ਅਕਾਲੀ ਦਲ ਦਾ ਬੇਸ ਹੈ ਉਹ ਵੀ ਕਿਸਾਨੀ ਦੇ ਨਾਲ ਆ, ਪਰ ਕੁਛ ਜਿੱਦਾਂ ਜਿਸ ਤਰ੍ਹਾਂ ਇੱਕ ਕਿਸਾਨਾਂ ਦੇ ਵਿੱਚ ਸੁਭਾਵਿਕ ਨਿਰਾਸ਼ਾ ਆ ਕਿਉਂਕਿ ਖੇਤੀ ਬਿੱਲ ਆਏ ਆ, ਅਤੇ ਜਿਹੜੀਆਂ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਕੁਛ ਐਲੀਮੈਂਟਸ ਆ, ਉਹ ਜਿਹੜੀਆਂ ਉਹ ਮਤਲਬ ਇਸ ਇਸ਼ੂ ਨੂੰ ਲੈ ਕੇ ਵਿਰੋਧ ਕਰਦੀਆਂ, ਉਹ ਬੀਜੇਪੀ ਦੀ ਬਜਾਏ ਉਹ ਇੱਕ ਪਲੈਨਡ ਵੇ ਨਾ ਇੱਧਰ ਜਿਹੜਾ ਆ ਉਹਨਾਂ ਦਾ ਜਿਹੜਾ ਆ ਵਿਰੋਧ ਕਨਵਰਟ ਕਰ ਰਹੀਆਂ। ਅਤੇ ਇਸ ਕਰਕੇ ਕਿਸਾਨ ਬੇਸਿਕਲੀ ਅਕਾਲੀ ਦਲ ਦੇ ਖਿਲਾਫ ਨਹੀਂ ਆ, ਉਹਨਾਂ ਦਾ ਮੇਨ ਕੇਡਰ ਬੇਸ ਹੈਗਾ ਆ, ਅਤੇ ਦੂਜੀ ਪਾਰਟੀਆਂ ਦਾ ਪ੍ਰੋਪੇਗੈਂਡਾ ਇਹ 'ਚ ਸਾਨੂੰ ਜ਼ਿਆਦਾ ਲੱਗਦਾ, ਅਤੇ ਇਸ ਕਰਕੇ ਸਾਨੂੰ ਲੱਗਦਾ ਨਹੀਂ ਵੀ ਇਹ 'ਚ ਕੋਈ ਲੋਸ ਵਾਲੀ ਗੱਲ ਹੈਗੀ ਆ। ਬਹੁਜਨ ਸਮਾਜ ਪਾਰਟੀ ਨੇ ਤੁਹਾਨੂੰ ਕਰਤਾਰਪੁਰ ਤੋਂ ਹਲਕਾ ਇੰਚਾਰਜ ਲਗਾ ਦਿੱਤਾ, ਤੁਹਾਡੇ ਓਪੋਜੀਸ਼ਨ ਪਾਰਟੀ ਮੌਜੂਦਾ ਵਿਧਾਇਕ ਸੁਰਿੰਦਰ ਚੌਧਰੀ ਦੇ ਕੰਮ ਤੁਸੀਂ ਕਿੱਦਾਂ ਦੇ ਦੇਖਦੇ ਹੋ? ਦੇਖੋ ਸੁਰਿੰਦਰ ਜਿਹੜਾ ਚੌਧਰੀ ਆ, ਉਹ ਪਹਿਲਾਂ ਤੋਂ ਹੀ ਜਿਸ ਤਰ੍ਹਾਂ ਦਾ ਅਸੀਂ ਇਲਾਕੇ 'ਚ ਦੇਖਦੇ ਹਾਂ, ਉਹਨਾਂ ਦਾ ਕਦੀ ਵੀ ਇੱਕ ਸੁਭਾਵਿਕ ਤੌਰ 'ਤੇ ਇੱਕ ਝੁਕਾਅ ਨਹੀਂ ਰਿਹਾ ਵੀ ਰਿਫਾਰਮ ਲਈ ਕੰਮ ਕਰਨਾ, ਡਿਵੈਲਪਮੈਂਟ ਲਈ ਕਰਨਾ। ਉਹਨਾਂ ਨੂੰ ਇੱਕ ਜਿਹੜੇ ਉਹਨਾਂ ਦੀ ਇੱਕ ਮਤਲਬ ਇੱਕ ਜੱਦੀ ਪੁਸ਼ਤੀ ਇੱਕ ਇਲਾਕੇ ਦੇ ਵਿੱਚ ਪ੍ਰਭਾਵ ਚੱਲਿਆ ਆ ਰਿਹਾ, ਉਹਨਾਂ ਦਾ ਇੱਕ ਫਾਇਦਾ ਮਿਲਿਆ 17 ਦੇ ਵਿੱਚ, ਔਰ ਉਹ MLA ਬਣ ਗਏ। ਪਰ ਉਹ MLA ਬਣੇ, ਉਹ ਸਾਰੀ ਇੱਕ ਨਿੱਜਤਾ ਦਾ ਮਸਲਾ ਸੀ, ਨਿੱਜੀ ਹਿੱਤ ਸੀ ਵੀ ਮੈਂ MLA ਬਣ ਜਾਵਾਂ, ਮੈਂ MLA ਦਾ ਸਟੇਟਸ ਇੰਜੋਏ ਕਰਾਂ, ਔਰ ਜੋ ਉਹਦਾ ਰੁਤਬਾ ਹੈ ਉਹਨੂੰ ਇੰਜੋਏ ਕਰਾਂ, ਅਤੇ ਉਹੀ ਉਹਨਾਂ ਨੇ ਕੀਤਾ। ਅਤੇ ਜਿਹੜਾ 5 ਸਾਲ ਦੇ ਵਿੱਚ ਜ਼ਿਆਦਾਤਰ ਉਹ ਪਿੰਡਾਂ 'ਚ ਗਏ ਹੀ ਨਹੀਂ, ਔਰ ਜਿਹੜੇ ਨਾ ਤਾਂ ਕੋਈ ਪ੍ਰਸ਼ਾਸਨ ਸੁਧਾਰ ਹੋਇਆ, ਨਾ ਨਸ਼ਾ ਹੀ ਇੱਥੇ ਘਟਿਆ। ਹਰ ਪਿੰਡ ਦੇ ਵਿੱਚ ਤੁਸੀਂ ਦੇਖ ਲਓ ਵੀ ਚਾਹੇ ਸ਼ਰਾਬ ਹੋਵੇ ਜਾਂ ਚਿੱਟਾ ਹੋਵੇ ਵਿਕਦਾ, ਔਰ ਬੜੇ ਜਿਹੜਾ ਯੂਥ ਆ ਉਹਦੀਆਂ ਡੈਥ ਹੋ ਰਹੀਆਂ, ਕੋਈ ਟੀਕੇ ਲਾ ਕੇ ਡੈਥ ਹੋ ਰਹੀ ਆ, ਔਰ ਨਾ ਹੀ ਕੋਈ ਇਲਾਕੇ ਦੀ ਡਿਵੈਲਪਮੈਂਟ ਹੋਈ ਆ। ਕਰਤਾਰਪੁਰ ਦੇ ਵਿੱਚ ਇੱਕੋ ਹੀ ਇੱਕ ਹਸਪਤਾਲ ਆ, ਰਾਤ ਨੂੰ ਉੱਥੇ ਡਾਕਟਰ ਦੀਆਂ ਖਬਰਾਂ ਲੱਗਦੀਆਂ ਵੀ ਉੱਥੇ ਨਰਸ ਹੁੰਦੀ ਆ ਅਵੇਲੇਬਲ,
ਤੇ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਸੁਧਾਰ ਨਹੀਂ ਹੋਇਆ 5 ਸਾਲਾਂ ਵਿੱਚ। ਸਿਰਫ ਤੇ ਉਹਨਾਂ ਨੇ ਇੱਕ ਆਪਣੇ ਨਿੱਜੀ ਲਈ ਵੀ ਇੱਕ ਮੇਰਾ ਰੁਤਬਾ ਬਣੇ, ਸਿਰਫ ਉਹਦੇ ਲਈ ਉਹਨਾਂ ਨੇ ਇਲੈਕਸ਼ਨ ਜਿੱਤੀ ਆ, ਔਰ ਲੋਕਾਂ ਦੀ ਡਿਵੈਲਪਮੈਂਟ ਦੇ ਲਈ ਨਹੀਂ ਜਿੱਤੀ ਉਹਨਾਂ ਨੇ। ਕਾਂਗਰਸ ਦਾ ਹੀ ਇੱਕ ਵਰਕਰ ਲਾਈਵ ਹੋ ਕੇ ਸੁਸਾਈਡ ਕਰਦਾ, ਸੁਸਾਈਡ ਦੇ ਵਿੱਚ 5 ਵਿਅਕਤੀਆਂ ਦਾ ਨਾਮ ਲਿੱਤਾ ਜਾਂਦਾ, ਪੁਲਿਸ ਪ੍ਰਸ਼ਾਸਨ ਵੱਲੋਂ 4 ਵਿਅਕਤੀਆਂ ਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ, ਉਹਦੇ ਵਿੱਚ ਮੌਜੂਦਾ ਵਿਧਾਇਕ ਸੁਰਿੰਦਰ ਚੌਧਰੀ ਦਾ ਨਾਮ ਵੀ ਆਂਦਾ। ਉਹਦੇ ਨੂੰ ਤੁਸੀਂ ਸੁਰਿੰਦਰ ਚੌਧਰੀ ਨੂੰ ਉਹਦੇ ਵਿੱਚ ਕਿੱਦਾਂ ਦੇਖਦੇ ਹੋ? ਦੇਖੋ, ਜਿਹੜਾ ਅਸੀਂ ਸਾਰਾ ਪੁਲਿਸ ਦਾ ਸਿਸਟਮ ਦੇਖਦੇ ਹਾਂ, ਔਰ ਈਵਨ ਸਿਵਲ ਐਡਮਿਨਿਸਟ੍ਰੇਸ਼ਨ ਦਾ ਵੀ ਸਿਸਟਮ ਦੇਖਦੇ ਹਾਂ ਸਟੇਟ ਦੇ ਵਿੱਚ, ਵੀ ਇਹਦੇ ਵਿੱਚ ਇਹ ਆ ਵੀ ਜਿਹੜਾ ਪਾਵਰਫੁਲ ਬੰਦਾ ਆ, ਪੁਲਿਸ ਉਹਨੂੰ ਪ੍ਰੋਟੈਕਟ ਕਰਦੀ ਆ, ਔਰ ਪੁਲਿਸ ਦਾ ਸਾਰਾ ਜ਼ੋਰ ਉਹ ਲੋਕ ਜਿਹੜੇ ਆਮ ਲੋਕ ਆ ਉਹਨਾਂ ਦੇ ਖਿਲਾਫ ਰਹਿੰਦਾ। ਇਸ ਕਰਕੇ ਚਾਹੇ ਮਸਲਾ ਮੈਰਿਟ ਦਾ ਨਹੀਂ ਆ ਵੀ ਬੰਦਾ ਗਲਤ ਆ ਕਿ ਨਹੀਂ ਆ, ਪੁਲਿਸ ਸਿੱਧਾ ਡਿਸਾਈਡ ਕਰਦੀ ਆ ਵੀ ਬੰਦਾ ਪਾਵਰਫੁਲ ਆ ਜਾਂ ਕਮਜ਼ੋਰ ਆ। ਜੇ ਤਾਂ ਬੰਦਾ ਕਮਜ਼ੋਰ ਆ, ਉਹਦੇ ਤਾਂ ਨਜਾਇਜ਼ ਪਰਚਾ ਕਰਕੇ ਉਹਦੀ ਇਮੀਡੀਏਟ ਅਰੈਸਟ ਕਰਦੀ ਆ ਔਰ ਉਹਨੂੰ ਜੇਲ੍ਹ 'ਚ ਭੇਜ ਦਿੰਦੀ ਆ। ਤੇ ਬੰਦੇ ਜਦੋਂ ਅਸੀਂ ਪ੍ਰੋਟੈਸਟ ਕਰਨ ਜਾਈਦਾ ਅਫਸਰਾਂ ਕੋਲ ਵੀ ਤੁਸੀਂ ਤਾਂ ਨਜਾਇਜ਼ ਬੰਦਾ ਫੜ ਕੇ ਉਹਦੇ ਪਰਚਾ ਦੇ ਦਿੱਤਾ, ਤੇ ਸਾਨੂੰ ਕਹਿ ਦਿੰਦੇ ਚਲੋ ਕੋਈ ਗਲਤੀ ਹੋ ਗਈ, ਆਪਾਂ ਇਹਦੀ ਛੇਤੀ ਜ਼ਮਾਨਤ ਕਰਾ ਦਿੰਦੇ ਆ ਤੇ ਬੰਦੇ ਨੂੰ ਬਾਹਰ ਕੱਢ ਦੇਵਾਂਗੇ। ਮਤਲਬ ਆਮ ਬੰਦੇ ਦੇ ਮਸਲੇ ਵਿੱਚ ਤਾਂ ਇਹ ਹੁੰਦਾ ਵੀ ਕਿਸੇ ਨੇ ਕਹਿ ਦਿੱਤਾ ਸੱਤਾਧਾਰੀ ਧਿਰ ਨੇ, ਉਹ 'ਤੇ ਪਰਚਾ ਕਰੋ, ਉਹਨੂੰ ਅਰੈਸਟ ਕਰਕੇ ਜੇਲ੍ਹ ਭੇਜ ਦਿਓ। ਜੇ ਪੁਲਿਸ ਨੂੰ ਲੱਗਦਾ ਵੀ ਬੰਦਾ ਸੱਤਾਧਾਰੀ ਧਿਰ ਦਾ ਆ ਔਰ ਪਾਵਰਫੁਲ ਆ, ਪੁਲਿਸ ਦੀ ਪਰਸੈਪਸ਼ਨ ਆ, ਉਹ ਲਾਅ ਦੇ ਮੁਤਾਬਿਕ ਨਹੀਂ ਦੇਖਦੀ, ਅਫਸਰ ਆਪਣੀ ਪਰਸੈਪਸ਼ਨ 'ਚ ਦੇਖਦਾ ਵੀ ਮੇਰੀ ਪਰਸੈਪਸ਼ਨ 'ਚ ਬੰਦਾ ਕਮਜ਼ੋਰ ਆ ਕਿ ਬੰਦਾ ਤਾਕਤਵਰ ਆ। ਜੇ ਅਫਸਰ ਨੂੰ ਇਹ ਲੱਗੇ, ਚਾਹੇ ਹਾਇਰ ਆ ਚਾਹੇ ਲੋਅਰ ਆ, ਥਾਣੇ ਤੋਂ ਲੈ ਕੇ SSP ਤੱਕ, ਜੇ ਅਫਸਰ ਨੂੰ ਲੱਗੇ ਵੀ ਮੇਰੀ ਪਰਸੈਪਸ਼ਨ 'ਚ ਬੰਦਾ ਮੈਨੂੰ ਤਾਕਤਵਰ ਲੱਗਦਾ, ਤੇ ਅਫਸਰ ਦੀ ਹਮੇਸ਼ਾ ਕੋਸ਼ਿਸ਼ ਇਹੀ ਰਹਿੰਦੀ ਵੀ ਉਹਨੂੰ ਬਚਾਇਆ ਜਾਵੇ। ਤੇ ਇਸ ਇਸ਼ੂ 'ਚ ਚਾਹੇ ਇਹ ਲਾਂਬੜੇ ਵਾਲਾ ਹੋਇਆ ਜਾਂ ਇਲਾਕੇ ਦੇ ਵਿੱਚ ਮੈਂ 5 ਸਾਲ ਤੋਂ, ਜਦੋਂ ਮੈਂ 17 ਦੀ ਇਲੈਕਸ਼ਨ ਲੜੀ ਆ ਵਿਧਾਨ ਸਭਾ ਦੀ, ਤੇ ਹੁਣ ਤੱਕ ਮੈਂ 5 ਸਾਲ ਲਗਾਤਾਰ ਕਰਤਾਰਪੁਰ 'ਚ ਮੈਂ ਵਰਕ ਕਰ ਰਿਹਾ, ਔਰ ਤਕਰੀਬਨ ਸਾਰੇ ਇਸ਼ੂ 'ਚ ਅਸੀਂ ਇਹੀ ਦੇਖਿਆ ਵੀ ਜਿਹੜਾ ਸੱਤਾਧਾਰੀ ਧਿਰ ਆ ਉਸ ਬੰਦੇ ਨੂੰ ਹਰ ਹਾਲ 'ਚ ਬਚਾਉਣਾ ਆ, ਤੇ ਜਿਹੜੀ ਵਿਰੋਧੀ ਧਿਰ ਆ ਉਹਨੂੰ ਹਰ ਹਾਲ 'ਚ ਫਸਾਉਣਾ ਆ, ਤੇ ਇਹ ਕੰਮ ਹੈ ਅਫਸਰਾਂ ਦਾ ਹੈਗਾ। ਕਿਉਂਕਿ ਜਿਹਦੇ ਵਿਅਕਤੀ ਨੇ ਲਾਈਵ ਹੋ ਕੇ ਸੁਸਾਈਡ ਕੀਤੀ, ਧਰਮਵੀਰ ਧੰਮਾ ਨਾਮ ਦੱਸਿਆ ਜਾ ਰਿਹਾ, ਉਹਦੇ ਪਰਿਵਾਰ ਨੇ, ਉਹਦੇ ਪਰਿਜਨਾਂ ਨੇ 3 ਦਿਨ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਕਿ ਸੁਰਿੰਦਰ ਚੌਧਰੀ ਦੇ ਉੱਤੇ ਮਾਮਲਾ ਦਰਜ ਕੀਤਾ ਜਾਵੇ। ਦੇਖੋ, ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਆ। ਜੇ ਜਿਸ ਤਰ੍ਹਾਂ ਉਸਨੇ ਦੱਸਿਆ, ਉਹਨੇ ਲਾਈਵ ਹੋ ਕੇ ਆਮ ਗਿਆ, ਔਰ ਉਹਦੀ ਜਿਹੜੀ ਸਟੇਟਮੈਂਟ ਆ ਉਹ ਵੈਲਿਡ ਹੈਗੀ ਆ, ਤੇ ਜੇ ਉਹ ਗਿਲਟੀ ਪਾਰਟੀ ਆ ਤੇ ਉਹ 'ਤੇ ਜਿਹੜਾ MLA ਉਹ 'ਤੇ ਪਰਚਾ ਹੋਣਾ ਚਾਹੀਦਾ, ਕਿਉਂਕਿ ਲਾ ਤਾਂ ਕੋਈ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਦਾ ਵੀ ਕੋਈ MLA ਜਾਂ ਆਮ ਬੰਦਾ ਹੈਗਾ, ਤੇ ਉਹ ਐਜ਼ ਪਰ ਲਾ ਆ, ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਕੌਂਸਟੀਟਿਊਸ਼ਨਲੀ ਰੂਲ ਆਫ ਲਾ ਆ, ਮਤਲਬ ਕੋਈ ਇੱਦਾਂ ਨਹੀਂ ਹੈਗਾ ਵੀ ਕੋਈ ਪਾਰਟੀ ਉਹੀ ਸਰਮਿਆ ਵੀ ਰੂਲ ਦੇ ਹਿਸਾਬ ਨਾਲ ਲਾ ਦੇ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ। ਤੇ ਲਾ ਦੇ ਨਜ਼ਰੀਏ ਨਾਲ ਜੇ ਉਹਨੇ ਨਾਂ ਲਿਆ ਹੈਗਾ, ਮਤਲਬ ਅਸੀਂ ਵੀ ਵੀਡੀਓ ਦੇਖੀ ਆ, ਉਹਨੇ ਉਹਦੇ ਵਿੱਚ MLA ਨਾਂ ਲਿਆ, ਉਸੇ ਬੇਸ 'ਤੇ ਬਾਕੀ 4 ਉਹਦੀ ਸਟੇਟਮੈਂਟ 'ਤੇ ਹੀ ਬਾਕੀ 4 ਬੰਦਿਆਂ 'ਤੇ ਪਰਚਾ ਹੋਇਆ, ਤੇ ਜੇ ਉਹ 5ਵੇਂ ਦਾ ਨਾਂ ਲੈ ਰਿਹਾ ਤੇ ਉਹਨੂੰ ਸਿਰਫ ਇਸ ਕਰਕੇ ਨਹੀਂ ਛੱਡ ਦੇਣਾ ਚਾਹੀਦਾ ਕਿਉਂਕਿ ਉਹ MLA ਆ। ਜੇ ਉਹ ਗਿਲਟੀ ਪਾਰਟੀ ਆ ਤੇ ਉਹਨੂੰ ਪੁਲਿਸ ਨੂੰ FIR 'ਚ ਉਹਦਾ ਨਾਂ ਪਾਉਣਾ ਚਾਹੀਦਾ, ਬਾਕੀ ਇਨਵੈਸਟੀਗੇਸ਼ਨ ਕਰਕੇ ਬਾਅਦ ਜੋ ਮਰਜ਼ੀ ਪੁਲਿਸ ਸੱਟਾ ਕੱਢ ਦੇਵੇ, ਪਰ ਇਨੀਸ਼ੀਅਲੀ ਜਿਹੜਾ FIR 'ਚ ਜਿਹੜਾ MLA ਦਾ ਨਾਂ ਆਉਣਾ ਚਾਹੀਦਾ ਸੀ। ਅਸੀਂ ਇਸ ਟਾਈਮ ਕਰਤਾਰਪੁਰ ਦੇ ਵਿੱਚ ਖੜੇ ਹਾਂ, 4.5 ਸਾਲ ਹੋ ਗਏ ਹੈ ਮੌਜੂਦਾ ਵਿਧਾਇਕ। ਇੱਕ ਮੈਂ ਇਹਦੇ ਵਿੱਚ ਹੋਰ ਐਡੀਸ਼ਨ ਕਰਨਾ ਚਾਹੁੰਦਾ ਹਾਂ ਬਈ ਅਸੀਂ ਕਰਤਾਰਪੁਰ 'ਚ ਇੱਦਾਂ ਦੇ ਬੜੇ ਮਸਲੇ ਦੇਖੇ ਆ ਵੀ ਜਿਹਦੇ ਵਿੱਚ ਸੱਤਾਧਾਰੀ ਧਿਰ ਨਾਲ ਜਿਹੜੇ ਸੰਬੰਧਿਤ ਲੋਕ ਆ ਉਹ ਆਮ ਲੋਕਾਂ 'ਤੇ ਹਮਲਾ ਕਰਦੇ ਆ, ਤੇ ਜਦੋਂ ਅਸੀਂ ਉਹ ਕੱਟ-ਵੱਢ ਕਰ ਦਿੰਦੇ ਆ, ਬੰਦੇ ਦੀ ਹੱਡੀ ਤੋੜ ਦਿੰਦੇ ਆ, ਔਰ ਜਦੋਂ ਅਸੀਂ ਉਹਨਾਂ 'ਤੇ ਪਰਚਾ ਕਰਾ ਦਈਦਾ, ਪਹਿਲਾਂ ਤਾਂ ਪੁਲਿਸ ਕਰਦੀ ਨਹੀਂ, ਅਸੀਂ ਜ਼ੋਰ ਲਾ ਕੇ ਪਰਚਾ ਕਰਾਈਦਾ, ਪੁਲਿਸ ਫਿਰ ਕੀ ਕਰਦੀ ਆ ਵੀ ਜਿਹੜੀ ਪੀੜਤ ਧਿਰ ਆ ਉਹਨੂੰ ਸਮਝੌਤਾ ਕਰਾਉਣਾ, ਕਿਉਂਕਿ ਉਹਨੂੰ MLA ਦਾ ਫੋਨ ਆ ਜਾਂਦਾ ਅਫਸਰਾਂ ਨੂੰ ਵੀ ਸਾਡੇ ਬੰਦੇ ਨੇ ਤੁਸੀਂ ਪਰਚਾ ਕਰ ਦਿੱਤਾ, ਤੇ ਇਹਦਾ ਹੁਣ ਇਹਨਾਂ ਨੂੰ ਕੱਢੋ ਜਾਂ ਰਾਜੀਨਾਮਾ ਕਰਾਓ, ਤੇ ਪੁਲਿਸ ਉਹਦਾ ਹੱਲ ਕੀ ਕੱਢਦੀ ਆ, ਉਸ ਧਿਰ ਨੂੰ ਕਹਿੰਦੀ ਜਿਹਨੇ ਹਮਲਾਵਰ ਧਿਰ ਵੀ ਤੁਸੀਂ ਸਟੇਟਮੈਂਟ ਕਰਾਓ, ਤੁਸੀਂ ਵੀ ਝੂਠੀ MLA ਕਟਾਓ, ਉਹ ਝੂਠੀ MLA ਕਟਾ ਕੇ ਤੇ ਪੀੜਤ ਧਿਰ 'ਤੇ ਕ੍ਰਾਸ ਕਰ ਦਿੰਦੀ, ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਕ੍ਰਾਸ ਕਿਉਂ ਕਰ ਦਿੱਤਾ, ਉਹ ਕਹਿੰਦੇ ਕਿਉਂਕਿ ਸਾਡੇ ਕੋਲ MR ਆਈ ਆ ਤੇ ਸਟੇਟਮੈਂਟ ਆਈ ਆ। ਤੇ ਮਤਲਬ ਪੁਲਿਸ ਇਸ ਤਰ੍ਹਾਂ ਆਮ ਕਰਦੀ ਰਹੀ ਆ ਵੀ ਜਿਹਦੀ ਸਟੇਟਮੈਂਟ ਹੋ ਗਈ, ਜਿਹਦੀ MLR ਆ ਗਈ, ਉਹ ਵੈਰੀਫਾਈ ਪਹਿਲਾਂ ਨਹੀਂ ਕਰਦੀ, ਪਹਿਲਾਂ FIR ਕਰਦੀ ਆ, ਫਿਰ ਵੈਰੀਫਾਈ ਕਰਦੀ ਆ। ਤੇ MLA ਦੇ ਮਸਲੇ ਦੇ ਵਿੱਚ ਜਿਹੜੀ ਪੁਲਿਸ ਆ, ਇਹ ਸਾਰਾ ਜਿਹੜਾ ਆ ਕਾਨੂੰਨੀ ਪ੍ਰਕਿਰਿਆ ਆ, ਕਾਨੂੰਨ ਆ, ਉਹਨੂੰ ਕਿਉਂ ਛਿੱਕੇ 'ਤੇ ਟੰਗ ਰਹੀ ਹੈਗੀ ਆ। ਜੋ ਉਹਦੀ ਸਟੇਟਮੈਂਟ ਆ ਪੀੜਤ ਦੀ, ਉਹਦੇ ਐਜ਼ ਪਰ ਸਟੇਟਮੈਂਟ FIR ਹੋਣੀ ਚਾਹੀਦੀ ਸੀ, ਔਰ ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਟ ਕਰੇ। ਇਸ ਟਾਈਮ ਅਸੀਂ ਕਰਤਾਰਪੁਰ ਖੜੇ ਹਾਂ, 4.5 ਸਾਲ ਦੇ ਵਿੱਚ ਮੌਜੂਦਾ ਵਿਧਾਇਕ ਨੇ ਇੱਥੇ ਕਿਹੜੇ-ਕਿਹੜੇ ਕੰਮ ਕੀਤੇ? ਦੇਖੋ, ਮੌਜੂਦਾ ਵਿਧਾਇਕ ਨੇ ਇਸ ਇਲਾਕੇ 'ਚ ਕੋਈ ਕੰਮ ਨਹੀਂ ਕੀਤਾ। ਤੁਸੀਂ ਚਾਹੇ ਸਾਰੇ ਪਿੰਡ ਚਲ ਜਾਓ, ਸਾਰੇ ਪਿੰਡਾਂ ਦੀਆਂ ਤੁਹਾਨੂੰ ਕੁਛ ਹੁਣ ਜਦੋਂ ਲੱਗਦਾ ਵੀ ਵੋਟਾਂ ਨੇੜੇ ਆ ਗਈਆਂ, ਕੁਛ ਪਿੰਡਾਂ ਦੀਆਂ ਸੜਕਾਂ ਬਣੀਆਂ ਆ, ਨਹੀਂ ਤਾਂ ਸਾਰੇ ਹੀ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਟੁੱਟੀਆਂ। ਸਾਡੇ ਇੱਥੇ ਧੋਗੜੀ ਰੋਡ ਹੈਗਾ ਕਰਤਾਰਪੁਰ ਦੇ ਵਿੱਚ,
5 ਸਾਲ ਤੋਂ ਸੜਕ ਨਹੀਂ ਬਣੀ ਉੱਥੇ, ਔਰ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਬੰਦਿਆਂ ਦੀਆਂ। ਮੰਨ ਲਓ ਉਹ ਬੰਦੇ ਲੱਖਾਂ ਦੇ ਕਰਜ਼ਾਈ ਹੋ ਗਏ, ਕਿਉਂਕਿ ਉਹਨਾਂ ਨੇ ਹਿਊਜ ਇਨਵੈਸਟਮੈਂਟ ਕਰਕੇ ਆਪਣੇ ਦੁਕਾਨ ਕਾਰੋਬਾਰ ਖੋਲ੍ਹੇ ਸੀ, ਔਰ ਸਾਰੇ ਫੇਲ ਹੋ ਗਏ। ਇਸ ਕਰਕੇ ਪੂਰੇ ਇਲਾਕੇ ਦੇ ਵਿੱਚ ਕੋਈ ਸੜਕ ਨਹੀਂ ਬਣੀ, ਕੋਈ ਹਸਪਤਾਲ ਨਹੀਂ ਬਣਿਆ, ਕੋਈ ਸਕੂਲਾਂ ਦੀ ਅਪਗ੍ਰੇਡੇਸ਼ਨ ਨਹੀਂ ਹੋਈ, ਕੋਈ ਰਿਫਾਰਮ ਨਹੀਂ ਹੋਇਆ। ਈਵਨ ਕਈ ਸਕੂਲ ਆ ਜਿਹੜੇ ਇਲਾਕੇ ਦੇ ਵਿੱਚ ਬੰਦ ਹੋ ਗਏ, ਕੋਈ ਕਾਲਜ ਨਹੀਂ ਹੈਗਾ, ਜਦ ਕਿ ਇਹਨਾਂ ਦੀ ਫੈਮਿਲੀ ਤਾਂ ਕਰੀਬ ਆਜ਼ਾਦੀ ਤੋਂ ਬਾਅਦ ਹੀ ਇਲਾਕਾ ਨੂੰ ਰਿਪਰੈਜ਼ੈਂਟ ਕਰ ਰਹੀ ਆ। ਔਰ ਬੜੇ ਪਿੰਡ ਇੱਦਾਂ ਦੇ ਆ ਇੱਥੇ ਸਾਡੇ ਕਾਲਾ ਖੇੜਾ ਵੱਲ ਦੇ ਪਿੰਡ ਆ, ਜਿੱਥੇ ਅਜੇ ਤੱਕ ਕੋਈ ਬੱਸ ਦੀ ਫੈਸਿਲਿਟੀ ਨਹੀਂ। ਲੋਕੀ ਜੇ ਇਹਨਾਂ ਨੇ ਬੱਸ ਫੜਨੀ ਆ ਤਾਂ ਉਹਨਾਂ ਨੂੰ 3-3 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਆ। ਔਰ ਨਸ਼ੇ ਦਾ ਹਰ ਪਿੰਡ ਵਿੱਚ ਕਾਰੋਬਾਰ ਆ, ਔਰ ਜਿਹੜੀ ਅਫਸਰ ਆ ਉਹਦੇ ਵਿੱਚ ਕੋਈ ਰਿਫਾਰਮ ਨਹੀਂ। ਮੰਨ ਲਓ ਇੱਕ ਨਿੱਕਾ ਜਿਹਾ ਤੁਹਾਡਾ ਮਸਲਾ ਹੋਵੇ, ਤੁਹਾਨੂੰ 20 ਗੇੜੇ ਲਾਉਣੇ ਪੈਂਦੇ ਆ। ਅਤੇ ਇਸ ਕਰਕੇ ਓਵਰਆਲ ਨਾ ਤਾਂ ਐਡਮਿਨਿਸਟ੍ਰੇਟਿਵ ਲੈਵਲ 'ਤੇ ਕੋਈ ਰਿਫਾਰਮ ਹੋਇਆ, ਔਰ ਨਾ ਹੀ ਕੋਈ ਡਿਵੈਲਪਮੈਂਟ ਲੈਵਲ 'ਤੇ। ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ, ਲੋਕਾਂ ਦਾ ਕੀ ਰੁਝਾਨ ਹੈ? ਦੇਖੋ, ਲੋਕੀ ਚੇਂਜ ਚਾਹੁੰਦੇ ਆ, ਔਰ ਆਪਾਂ ਮੈਂ ਆਪਣੀ ਕੋਈ ਵਡਿਆਈ ਨਹੀਂ ਕਰਨਾ ਚਾਹੁੰਦਾ। ਦੇਖੋ, ਲੋਕਾਂ ਨੇ ਲਗਾਤਾਰ ਚਾਹੇ ਮੈਂ ਇਲੈਕਸ਼ਨ ਨਹੀਂ ਜਿੱਤਿਆ ਲੋਕ ਸਭਾ ਔਰ ਵਿਧਾਨ ਸਭਾ ਦੀ, ਪਰ ਲੋਕਾਂ ਦੇ ਵਿੱਚ ਲਗਾਤਾਰ ਆਪਾਂ ਸਰਗਰਮ ਰਹੇ ਹਾਂ। ਔਰ ਲੋਕਾਂ ਦਾ ਮਨ ਆ ਵੀ ਉਹ ਤਦੇ ਤੁਸੀਂ ਦੇਖੋ ਵੀ ਸਾਡੇ ਇਲਾਕੇ ਦੇ ਵਿੱਚ ਜਿਹੜੀ ਕਾਂਗਰਸ ਖਤਮ ਹੋ ਰਹੀ ਆ, ਜਿਹੜਾ ਚੌਧਰੀ ਪਰਿਵਾਰ ਆ ਉਹਨਾਂ ਨੂੰ ਇੱਕ ਪਰਿਵਾਰ ਨੂੰ ਹੀ ਉਹਨਾਂ ਨੇ 70 ਸਾਲ ਤੋਂ ਵੱਧ ਸਮਾਂ ਦਿੱਤਾ, ਅਤੇ ਉਸ ਤੋਂ ਬਾਵਜੂਦ ਲੋਕਾਂ ਨੂੰ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਪਾਣੀ ਦੀ, ਬਿਜਲੀ ਦੀ, ਸੜਕ ਦੀ, ਉਹੀ ਨਹੀਂ ਪੂਰੀਆਂ ਹੋ ਰਹੀਆਂ। ਅਤੇ ਇਸ ਕਰਕੇ ਜਿਹੜਾ ਲੋਕਾਂ ਦਾ ਮਨ ਹੈਗਾ ਵੀ ਜਿਹੜਾ ਗਠਬੰਧਨ ਆ, BSP ਨੂੰ ਗਠਬੰਧਨ ਦੇ ਰਾਹੀਂ BSP ਨੂੰ ਸੀਟ ਆਈ ਆ, ਔਰ ਇੱਕ ਵਿਅਕਤੀ ਦੇ ਤੌਰ 'ਤੇ ਵੀ ਸਾਡੀ ਬਹੁਤ ਕਨੈਕਟੀਵਿਟੀ ਆ, ਔਰ ਇੱਕ ਪਾਰਟੀ ਦੇ ਤੌਰ 'ਤੇ ਵੀ ਲੋਕਾਂ ਨੂੰ ਲੱਗਦਾ ਵੀ ਜਿਹੜੀਆਂ ਇਹ ਪਾਰਟੀਆਂ ਆ ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ, ਵੀ ਇਹੀ ਡਿਵੈਲਪਮੈਂਟ ਕਰ ਸਕਦੀਆਂ। ਇਸ ਕਰਕੇ ਲੋਕਾਂ ਦਾ ਜਿਹੜਾ ਰੁਝਾਨ ਆ ਗਠਬੰਧਨ ਵੱਲ ਆ, ਔਰ ਐਜ਼ ਏ ਕੈਂਡੀਡੇਟ ਜਿਹੜੇ ਲੋਕ ਆ ਉਹ ਸਾਡੇ ਨਾਲ ਕਾਫੀ ਜੁੜ ਰਹੇ ਇਲਾਕੇ ਦੇ। ਮੌਜੂਦਾ ਵਿਧਾਇਕ ਨੇ ਕਿਹੜੇ ਕੰਮ ਹਾਲੇ ਤੱਕ ਨਹੀਂ ਕੀਤੇ? ਅਗਰ 2022 ਦੇ ਵਿੱਚ ਤੁਸੀਂ ਆਉਂਦੇ ਹੋ, ਉਹ ਕੰਮ ਕਿੱਦਾਂ ਕਰਵਾਓਗੇ ਔਰ ਕਿਹੜੇ ਕੰਮ ਹੋਣਗੇ? ਦੇਖੋ, ਮੌਜੂਦਾ ਵਿਧਾਇਕ ਨੇ ਕੰਮ ਨਹੀਂ ਕੀਤਾ, ਇਹ ਤੁਸੀਂ ਉਹਨਾਂ ਦੇ ਪਿੰਡ ਤੋਂ ਹੀ ਪਤਾ ਲਗਾ ਲਓ। ਧਾਲੀਵਾਲ ਕਾਦੀਆ ਪਿੰਡ ਆ MLA ਦਾ, ਔਰ ਉਹਦਾ ਜਿਹੜਾ ਘਰ ਆ, ਘਰ ਦੇ ਸਾਹਮਣੇ ਹੀ ਨਹੀਂ ਸੜਕ ਬਣੀ। ਵੀ ਜਿਹੜਾ MLA ਆਪਣੇ ਪਿੰਡ ਦੀ ਡਿਵੈਲਪਮੈਂਟ ਨਹੀਂ ਕਰਾ ਸਕਦਾ, ਤੁਸੀਂ ਦੇਖੋ ਵੀ ਉਸ ਪਿੰਡ ਦੇ ਲੋਕਾਂ ਨੂੰ ਪੁੱਛੋ, ਉਹੀ ਬਹੁਤ ਪਰੇਸ਼ਾਨ ਆ। ਜਦੋਂ ਮੈਂ 2019 ਦੀ ਲੋਕ ਸਭਾ ਇਲੈਕਸ਼ਨ ਲੜੀ, ਅਤੇ ਕਾਦੀਆਂ ਦੇ ਵਿੱਚੋਂ ਕਰੀਬ ਮੈਨੂੰ 350 ਵੋਟ ਪਈ, ਅਤੇ 525 ਕਾਂਗਰਸ ਨੂੰ, ਅਤੇ ਮਤਲਬ 100 ਵੋਟ ਦਾ ਡਿਫਰੈਂਸ ਸੀ ਸਾਡਾ। ਅਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਹੜਾ MLA ਆਪਣੇ ਪਿੰਡ ਦੀ ਡਿਵੈਲਪਮੈਂਟ ਨਹੀਂ ਕਰਾ ਸਕਦਾ, ਅਤੇ ਉਹਨੇ ਇਲਾਕੇ ਦੀ ਕੀ ਡਿਵੈਲਪਮੈਂਟ ਕਰਾਈ ਹੋਊਗੀ। ਦੂਜਾ ਮਸਲਾ ਸਾਡਾ ਆਉਂਦਾ, ਦੇਖੋ ਪਾਵਰ 'ਚ ਸਾਡਾ ਆਉਣਾ ਤਕਰੀਬਨ ਤੈਅ ਹੀ ਆ, ਠੀਕ ਆ। ਲੋਕੀ ਚਾਹੁੰਦੇ ਆ ਵੀ ਗਠਬੰਧਨ ਦੀ ਸਰਕਾਰ ਆਵੇ, ਔਰ ਕਾਫੀ ਸਾਨੂੰ ਵਧੀਆ ਹੁੰਗਾਰਾ ਵੀ ਆ, ਔਰ ਆਪਣੀ ਇਹੀ ਕੋਸ਼ਿਸ਼ ਰਹੂਗੀ ਵੀ ਜਿਹੜੇ ਅਸੀਂ ਇਲਾਕੇ ਦੇ ਲੋਕ ਆ ਉਹਨਾਂ ਨੂੰ ਰਾਹਤ ਦਈਏ, ਔਰ ਇਮੀਡੀਏਟ ਕੰਮ ਜਿਹੜੇ ਕੀਤੇ ਜਾ ਸਕਦੇ ਆ, ਵੀ ਜਿਹੜੇ ਪ੍ਰਸ਼ਾਸਨਿਕ ਸੁਧਾਰ ਕਰਨ ਵੱਲ ਅਸੀਂ ਵਧਾਂਗੇ, ਵੀ ਲੋਕਾਂ ਨੂੰ ਰਿਫਾਰਮ ਕਰੀਏ। ਜਿਹੜਾ ਪ੍ਰਸ਼ਾਸਨ ਆ ਉਹ ਲੋਕਾਂ ਦੀ ਪਹੁੰਚ ਹੋਵੇ, ਉਹਨਾਂ ਦੀ ਖੱਜਲ ਖੁਆਰੀ ਨਾ ਹੋਵੇ, ਇਲਾਕੇ 'ਚ ਨਸ਼ਾ ਖਤਮ ਕੀਤਾ ਜਾਵੇ, ਪਿੰਡਾਂ ਦੇ ਵਿੱਚ ਜਿਹੜੇ ਸਪੋਰਟਸ ਗਰਾਊਂਡ ਹੈਗੇ ਆ ਉਹ ਵਧੀਆ ਬਣਾਏ ਜਾਣ, ਤਾਂ ਕਿ ਜਿਹੜੇ ਯੂਥ ਆ ਉਹ, ਕਿਉਂਕਿ ਕਾਫੀ ਪਿੰਡਾਂ 'ਚ ਡਿਮਾਂਡ ਹੈ ਵੀ ਸਾਡੇ ਕੋਲ ਵਧੀਆ ਖੇਲਣ ਲਈ ਮੈਦਾਨ ਹੈ ਨਹੀਂ। ਦੂਜਾ ਇਹ ਆ ਵੀ ਇਲਾਕੇ ਜਿਹੜਾ ਭਾਈਚਾਰਕ ਸਪਿਰਿਟ ਆ ਉਹ ਪੈਦਾ ਕੀਤੀ ਜਾਵੇ, ਸੁਸਾਇਟੀ ਨੂੰ ਡਿਵੈਲਪ ਕੀਤਾ ਜਾਵੇ, ਤਾਂ ਕਿ ਉਹ ਆਪਣਾ ਇਲਾਕੇ ਦੀ ਡਿਵੈਲਪਮੈਂਟ ਆਪ ਸਾਂਭਣ। ਅਤੇ ਇਸ ਤਰ੍ਹਾਂ ਦੇ ਜਿਹੜੇ ਔਰਤਾਂ ਨੂੰ ਔਰਤਾਂ ਦੇ ਲਈ ਵਧੀਆ ਸੁਰੱਖਿਅਤ ਮਾਹੌਲ ਬਣਾਇਆ ਜਾਵੇ, ਤਾਂ ਕਿ ਉਹਨਾਂ ਦੀ ਵਧੀਆ ਜਿਹੜੀ ਡਿਵੈਲਪਮੈਂਟ ਹੋ ਸਕੇ। ਅਤੇ ਇਸ ਤਰ੍ਹਾਂ ਦੇ ਸਾਡੇ ਟੀਚੇ ਹੈਗੇ ਆ। ਤੁਹਾਡਾ ਗੱਠਜੋੜ ਤਾਂ ਜ਼ਰੂਰ ਹੋ ਗਿਆ, ਤੁਹਾਨੂੰ ਨਹੀਂ ਲੱਗਦਾ ਸ਼੍ਰੋਮਣੀ ਅਕਾਲੀ ਦਲ ਨੇ BSP ਨੂੰ ਉੱਥੇ ਟਿਕਟਾਂ ਦਿੱਤੀਆਂ ਜਿੱਥੇ BSP ਕਮਜ਼ੋਰ ਹੈ? ਨਹੀਂ, ਇਸ ਤਰ੍ਹਾਂ ਦਾ ਨਹੀਂ ਆ। ਇਹ ਦੇਖੋ, ਕਾਂਗਰਸ ਇੱਕ ਪਰਸੈਪਸ਼ਨ ਬਣਾ ਰਹੀ ਆ। ਦੇਖੋ, ਜਦੋਂ ਦੋ ਪਾਰਟੀਆਂ ਬੈਠੀਆਂ, ਦੋਨਾਂ ਦੇ ਲੀਡਰ ਮੈਚੋਰ ਆ, ਔਰ ਇੱਕ ਬਰਾਬਰੀ ਦੀ ਭਾਵਨਾ ਨਾਲ ਗੱਠਜੋੜ ਹੋਇਆ ਆ। ਦੇਖੋ, ਕਰਤਾਰਪੁਰ ਅਕਾਲੀ ਦਲ ਦੀ ਵੋਟ ਇੱਥੇ ਕਾਫੀ ਹੈਗੀ, ਪਰ BSP ਮਜ਼ਬੂਤ ਆ। ਕਰਤਾਰਪੁਰ ਬਸਪਾ ਕੋਲ ਵਧੀਆ ਸੀਟ ਆ, ਨਵਾਂਸ਼ਹਿਰ ਪੁਰਾਣੀ ਕੇਡਰ ਦੀ ਸੀਟ ਆ, ਸ਼ਾਮ 84 ਬਸਪਾ ਕੋਲ ਹੁਣ ਆ ਗਈ ਆ, ਉਹ ਵੀ ਮਜ਼ਬੂਤ ਕੇਡਰ ਦੀ ਟੀਮ ਆ। ਜਿਹੜਾ ਫਗਵਾੜਾ ਆ, ਬਸਪਾ ਦੀ ਮਜ਼ਬੂਤ ਕੇਡਰ ਦੀ ਟੀਮ ਆ। ਜਿਹੜਾ ਮਹਿਲ ਕਲਾਂ ਆ, ਉਹ ਬਸਪਾ ਉੱਥੋਂ MLA ਰਿਹਾ ਬਸਪਾ ਦਾ 1992 ਦੇ ਵਿੱਚ, ਉਹ ਮਜ਼ਬੂਤ ਕੇਡਰ ਦੀ ਟੀਮ ਆ। ਔਰ ਪਾਇਲ ਆ, ਉਹ ਬਸਪਾ ਦੀ ਮਜ਼ਬੂਤ ਕੇਡਰ ਦੀ ਟੀਮ ਆ। ਇਹ ਜਿਹੜੀਆਂ ਸਾਰੀਆਂ ਸੀਟਾਂ ਆ, ਦੇਖੋ, ਇੱਕ ਤਾਂ ਸਾਨੂੰ ਇਹ ਫਾਇਦਾ ਹੋਇਆ ਵੀ ਇੱਕ ਤਾਂ ਸਾਨੂੰ ਮਜ਼ਬੂਤ ਕੇਡਰ ਦੀਆਂ ਸੀਟਾਂ ਦਿੱਤੀਆਂ। ਦੂਜਾ ਇਹ ਵੀ ਅਸੀਂ ਥਰੂ ਆਊਟ ਪੰਜਾਬ ਇੱਕ ਯੂਨੀਫਾਰਮਲੀ ਸੀਟਾਂ ਲਈਆਂ, ਜਿਹਦੇ ਵਿੱਚ ਬਸਪਾ ਨੂੰ ਕਾਫੀ ਫਾਇਦਾ ਮਿਲੇਗਾ। ਅਤੇ ਇਸ ਕਰਕੇ ਉਹ ਇੱਕ ਰਿਊਮਰ ਫੈਲਾ ਰਹੇ ਹੈਗੇ ਆ ਵੀ ਕਮਜ਼ੋਰ ਮਿਲੀਆਂ। ਬਸਪਾ ਨੂੰ ਜਿਹੜੀਆਂ ਸੀਟਾਂ ਮਿਲੀਆਂ ਵਧੀਆ ਆ, ਔਰ ਬਸਪਾ ਉਹਨਾਂ ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਜੋ ਇਸ ਟਾਈਮ ਕਾਂਗਰਸ ਦੇ ਹਾਲ ਚੱਲਦਾ ਪਿਆ, ਉਹ ਤੁਹਾਨੂੰ ਲੱਗਦਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਲਾਸ ਦੇਖਣਾ ਪਏਗਾ? ਦੇਖੋ, ਕਾਂਗਰਸ ਬੇਸਿਕਲੀ ਪੰਜਾਬ ਦੇ ਲੋਕਾਂ ਦੀ ਕਦੀ ਹਮਾਇਤੀ ਪਾਰਟੀ ਨਹੀਂ ਰਹੀ।
ਕਾਂਗਰਸ ਨੇ ਆਪਣੇ ਧਨਬਲ ਦੇ ਨਾਲ, ਆਪਣੇ ਮੀਡੀਆ ਦੇ ਨਾਲ ਇੱਕ ਪਰਸੈਪਸ਼ਨ ਜ਼ਰੂਰ ਇੱਦਾਂ ਦੀ ਕ੍ਰੀਏਟ ਕੀਤੀ ਸੀ, ਇੱਕ ਧਾਰਨਾ ਜੀ ਲੋਕਾਂ 'ਚ ਜ਼ਰੂਰ ਸਥਾਪਿਤ ਕੀਤੀ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਦੀ ਡਿਵੈਲਪਮੈਂਟ ਲਈ ਕਰਦੇ ਹਾਂ। ਪਰ ਇਸ 5 ਸਾਲ ਦੇ ਵਿੱਚ ਜਦੋਂ ਉਹਨੇ ਕਿਸੇ ਫਰੰਟ 'ਤੇ ਕੋਈ ਕੰਮ ਨਹੀਂ ਕੀਤਾ। ਤੁਸੀਂ ਇਹ ਦੇਖੋ ਵੀ ਜਿਹੜੇ ਸ਼ਡਿਊਲ ਕਾਸਟ ਵਿਦਿਆਰਥੀ ਆ, ਜਿਹੜੇ ਪੋਸਟ ਮੈਟ੍ਰਿਕ 'ਚ ਪੜ੍ਹੇ ਆ, ਉਹਨਾਂ ਨੇ ਡਿਗਰੀਆਂ ਲੈਣ ਲਈ ਵੀ ਸਾਨੂੰ ਐਜੂਕੇਟ ਕਰਨਾ ਪਿਆ, ਮਤਲਬ ਡਿਗਰੀਆਂ ਜਿਹਦੇ ਵਿੱਚ ਕੋਈ ਪੈਸਾ ਹੀ ਨਹੀਂ ਲੱਗਣਾ ਸੀ। ਅਤੇ ਇਸ ਕਰਕੇ ਜਿਹੜੇ ਉਹ ਦੂਜੇ ਉਹਨਾਂ ਦੇ ਲੀਡਰ ਆ, ਉਹਨੇ ਸਾਰਾ ਸਮਾਂ ਆਪਸ ਵਿੱਚ ਲੜ ਕੇ ਲੋਕਾਂ ਦਾ ਖਰਾਬ ਕੀਤਾ, ਜਦ ਕਿ ਆਏ ਤਾਂ ਉਹ ਲੋਕਾਂ ਦੀ ਡਿਵੈਲਪਮੈਂਟ ਲਈ ਸੀ। ਇਸ ਕਰਕੇ ਜਿਹੜੀ ਇੱਕ ਫਰਜ਼ੀ ਜੀ ਇੱਕ ਧਾਰਨਾ, ਇੱਕ ਪਰਸੈਪਸ਼ਨ ਬਣੀ ਸੀ ਵੀ ਇਹ ਪੰਜਾਬ ਦੇ ਲੋਕਾਂ ਦੀ ਪਾਰਟੀ ਆ ਜਾਂ ਇਹ ਤੋਂ ਕੋਈ ਡਿਵੈਲਪਮੈਂਟ ਦੀ ਉਮੀਦ ਆ, ਉਹ 5 ਸਾਲਾਂ 'ਚ ਜਿਹੜੀ ਪੂਰੀ ਤਰ੍ਹਾਂ ਖਤਮ ਹੋ ਗਈ ਆ। ਅਤੇ ਇਸ ਕਰਕੇ ਸਾਨੂੰ ਲੱਗਦਾ ਵੀ ਜਿਹੜੀ ਕਾਂਗਰਸ ਆ, ਜਿੱਦਾਂ ਬਾਕੀ ਪੂਰੇ ਦੇਸ਼ 'ਚੋਂ ਖਤਮ ਹੋਈ, ਪੰਜਾਬ ਵਿੱਚ ਵੀ ਇਸ ਤਰ੍ਹਾਂ ਹੀ ਪੂਰੀ ਤਰ੍ਹਾਂ ਇਸ ਇਲੈਕਸ਼ਨ 'ਚ ਖਤਮ ਹੋ ਜਾਏਗੀ। ਕਿਉਂਕਿ ਕਾਂਗਰਸ ਦੇ ਕਈ ਮੰਤਰੀ ਹੈਗੇ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਸਾਨੂੰ ਪਸੰਦ ਹੀ ਨਹੀਂ। ਦੇਖੋ ਮਸਲਾ ਉਹਨਾਂ ਦੀ ਇੱਛਾ ਦਾ ਨਹੀਂ ਨਾ, ਵਿਅਕਤੀ ਦਾ ਹੈ। ਮਸਲਾ ਤਾਂ ਇਹ ਆ ਵੀ ਲੋਕਾਂ ਨੇ ਤੁਹਾਨੂੰ ਆਥੋਰਾਈਜ਼ ਕੀਤਾ, ਤੁਹਾਨੂੰ ਇੱਕ ਮੈਂਡੇਟ ਦਿੱਤਾ ਵੀ ਤੁਸੀਂ ਗਵਰਨ ਕਰੋ, ਤੁਸੀਂ ਵਧੀਆ ਸਾਡੇ ਲਈ ਪ੍ਰਬੰਧ ਕਰੋ, ਅਤੇ ਉਹਦੇ ਵਿੱਚੋਂ ਫੇਲ ਹੋ ਗਏ ਆ। ਹੁਣ ਵਿਅਕਤੀ ਕੈਪਟਨ ਆਵੇ ਜਾਂ ਸਿੱਧੂ ਆਵੇ, ਇਹ ਲੋਕਾਂ ਦਾ ਇਸ਼ੂ ਨਹੀਂ ਆ। ਲੋਕਾਂ ਦਾ ਇਸ਼ੂ ਤਾਂ ਇਹ ਆ ਵੀ ਤੁਹਾਨੂੰ ਟੈਕਸ ਦੇ ਰੂਪ ਵਿੱਚ ਸਾਧਨ ਦਿੱਤੇ ਆ, ਤੁਸੀਂ ਉਹਨਾਂ ਦੇ ਬਿਹਾਫ 'ਤੇ ਇੱਕ ਸਟੇਟ ਦੀ ਪਾਵਰ ਵਰਤੀ ਆ, ਅਤੇ ਕੀ ਉਹ ਲੋਕਾਂ ਲਈ ਵਰਤਿਆ ਗਿਆ? ਕਿ ਲੋਕਾਂ ਦੀ ਡਿਵੈਲਪਮੈਂਟ ਹੋਈ? ਕਿ ਉਹ ਐਡਮਿਨਿਸਟ੍ਰੇਸ਼ਨ ਲੋਕਾਂ ਦੀ ਡਿਵੈਲਪਮੈਂਟ ਲਈ ਕੰਮ ਕੀਤਾ, ਲੋਕਾਂ ਨੂੰ ਰਾਹਤ ਜਸਟਿਸ ਦੇਣ ਲਈ ਕੰਮ ਕੀਤਾ? ਪਰ ਉਹ ਕੀਤਾ ਹੀ ਨਹੀਂ ਹੈਗਾ। ਅਤੇ ਮਸਲਾ ਤਾਂ ਲੋਕਾਂ ਨਾਲ ਜੋੜ ਕੇ ਦੇਖਿਆ ਜਾਣਾ, ਅਤੇ ਉਹਦੇ ਵਿੱਚ ਉਹ ਫੇਲ ਆ ਸਾਰੇ ਮਸਲਿਆਂ 'ਚ। ਇਹ ਸੀ ਬਹੁਜਨ ਸਮਾਜ ਪਾਰਟੀ ਤੋਂ ਬਲਵਿੰਦਰ ਕੁਮਾਰ, ਜਿਨ੍ਹਾਂ ਨੂੰ ਪਾਰਟੀ ਨੇ ਕਰਤਾਰਪੁਰ ਹਲਕੇ ਤੋਂ ਇੰਚਾਰਜ ਲਗਾ ਦਿੱਤਾ। कैमरामैन पवन दे नाल विनय शर्मा, दैनिक सवेरा टीवी, करतारपुर। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।